ਅੰਦਰੂਨੀ ਘਮਸਾਨ ਦੇ ਵਿਚਾਲੇ ਹਾਈਕਮਾਨ ਨੇ ਕੈਪਟਨ ਨੂੰ ਦਿੱਤਾ ਚੋਣ ਵਾਅਦੇ ਪੂਰਾ ਕਰਨ ਦਾ ਟਾਸਕ। ਤੈਅ ਸਮੇਂ 'ਚ 18 ਮੁੱਦਿਆਂ ਤੇ ਕੰਮ ਪੂਰਾ ਕਰਨ ਦੀ ਸਖਤ ਹਦਾਇਤ। ਹੁਣ ਕੈਪਟਨ ਦੇ ਐਕਸ਼ਨ ਤੇ ਟਿਕੀਆਂ ਨਿਗਾਹਾਂ। ਕੈਪਟਨ ਨੂੰ ਹਾਈਕਮਾਨ ਦੀ ਡੈਡਲਾਈਨ ਤੇ ਵਿਰੋਧੀਆਂ ਨੇ ਕੱਸਿਆ ਤੰਜ਼। ਅਕਾਲੀ ਦਲ ਨੇ ਕਿਹਾ ਕੈਪਟਨ ਆਪਣੀ ਹੀ ਹਾਈਕਮਾਨ ਨੂੰ ਸਮਝਾਉਣ 'ਚ ਨਾਕਾਮ ਕਿ 84% ਵਾਅਦੇ ਹੋ ਗਏ ਨੇ ਪੂਰੇ। ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਦੇ ਮਾਮਲੇ 'ਚ ਹੁਣ ਡੈਮੇਜ ਕੰਟਰੋਲ ਦੀ ਕਵਾਇਦ। ਹਾਈਕਮਾਨ ਦੇ ਦਖਲ ਤੋਂ ਬਾਅਦ ਫਤਿਹ ਜੰਗ ਬਾਜਵਾ ਨੇ ਆਫਰ ਸਵੀਕਾਰ ਕਰਨ ਤੋਂ ਕੀਤਾ ਇਨਕਾਰ। ਅੱਜ ਬੇਟੇ ਨਾਲ ਪ੍ਰੈਸ ਕਾਨਫਰੰਸ ਕਰਕੇ ਰੱਖਣਗੇ ਆਪਣਾ ਪੱਖ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਕੀਤਾ ਸੰਮਨ। 26 ਜੂਨ ਨੂੰ ਹੋਣਗੇ ਸਵਾਲ ਜਵਾਬ। 22 ਜੂਨ ਨੂੰ ਸਾਬਕਾ ਸੀਐਮ ਤੋਂ ਕੀਤੀ ਗਈ ਸੀ ਪੁੱਛਗਿੱਛ। 6ਵੇਂ ਪੇ ਕਮਿਸ਼ਨ ਨੂੰ ਲੈ ਕੇ ਅਕਾਲੀ ਦਲ ਦਾ ਸਰਕਾਰ ਤੇ ਹੱਲਾ ਬੋਲ। ਖਜ਼ਾਨਾ ਮੰਤਰੀ ਤੇ ਮੁਲਾਜ਼ਮਾਂ ਨਾਲ ਧੋਖਾ ਕਰਨ ਦੇ ਲਗਾਏ ਇਲਜ਼ਾਮ। ਸਪੈਸ਼ਲ ਸੈਸ਼ਨ ਸੱਦਣ ਦੀ ਵੀ ਕੀਤੀ ਮੰਗ। ਹਿਮਾਚਲ 'ਚ ਸੀਐਮ ਦੇ ਸਾਹਮਣੇ ਭਿੜਨ ਵਾਲੇ ਸੀਨੀਅਰ ਪੁਲਿਸ ਅਫਸਰਾਂ ਤੇ ਐਕਸ਼ਨ। ਇੱਕ ਅਫਸਰ ਦਾ ਹੋਇਆ ਤਬਾਦਲਾ, ਦੂਜੇ ਨੂੰ ਭੇਜਿਆ ਗਿਆ ਛੁੱਟੀ ਤੇ। ਸੀਐਮ ਨੇ ਦਿੱਤੇ ਜਾਂਚ ਦੇ ਹੁਕਮ। 3 ਦਿਨ ਦੇ ਅੰਦਰ ਮੰਗੀ ਰਿਪੋਰਟ। ਲੁਧਿਆਣਾ 'ਚ ਰਿਸ਼ਤੇ ਹੋਏ ਸ਼ਰਮਸਾਰ। ਬੀਮੇ ਦੇ ਲਾਲਚ ਵਿੱਚ ਮਾਂ ਨੇ ਆਪਣੀ ਹੀ 9 ਸਾਲ ਦੀ ਬੱਚੀ ਦਾ ਕੀਤਾ ਕਤਲ। ਦੂਜੇ ਪਤੀ ਨਾਲ ਮਿਲ ਕੇ ਗਲਾ ਘੁੱਟ ਕੇ ਮਾਰਿਆ। ਹਰਿਆਣਾ ਦੇ ਫਤਿਆਬਾਦ ਵਿੱਚ 20 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਡਿੱਗੀ। ਹਾਦਸੇ 'ਚ ਇੱਕ ਮਿਸਤਰੀ ਦੀ ਮੌਤ, 5 ਨੂੰ ਬਚਾਇਆ ਗਿਆ। ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ। ਤੇਲ ਦੀਆਂ ਕੀਮਤਾਂ 'ਚ ਇਜ਼ਾਫਾ ਲਗਾਤਾਰ ਜਾਰੀ। ਅੱਜ ਫਿਰ ਤੋਂ ਵਧੇ ਪੈਟਰੋਲ ਡੀਜ਼ਲ ਦੇ ਰੇਟ। ਪੈਟਰੋਲ 26 ਪੈਸੇ ਤਾਂ ਡੀਜ਼ਲ 7 ਪੈਸੇ ਹੋਇਆ ਮਹਿੰਗਾ। सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत वर्दी। बुलेटिन च सब तो पहला गल करांगे पंजाब कांग्रेस च मचे घमसान दी। करीब 1.5 महीने तो चल रही खाना जंगी फिलहाल खत्म होंदी नजर नहीं आ रही। दिल्ली दरबार च मंथन लगातार जारी है ते इसे मंथन विचाले हुण हाईकमान ने कैप्टन नूं वादे पूरे करन दा टास्क दिता है। हाईकमान ने कैप्टन नूं बेअदबी, नशे सने 18 मुद्दਿਆਂ ਤੇ तय समय च काम करने की डेडलाइन दी है। अजिहे च निगाहां हुण कैप्टन दे एक्शन ते टिकियां ने। पंजाब कांग्रेस का क्लेश मुकाउण लई हाईकमान ने शायद परफॉर्मेंस आधारित फॉर्मूला तैयार किया है। मुख मंत्री कैप्टन अमरिंदर सिंह नूं एक 18 नुकाती टास्क दिता गया है। इस चो तमाम मुद्दे ने जो हुण तक कैप्टन विरोधी धड़ा चुकदा रहा है। हाईकमान ने जो कैप्टन नूं 18 टास्क दिते ने उन्हां च बेअदबी मामले च तुरंत कार्रवाई करना, रेत ते ट्रांसपोर्ट माफिया ते नकेल कसना, रेत माइनिंग दा अधिकार आम लोकां तक पहुंचाउणा, 200 यूनिट बिजली हर परिवार नूं मुफ्त देना, ऐसी लोकां दी जमीन ते कब्जियां नूं रेगुलाइज करना, ऐसी बच्चियां नूं वजीफा देना, किसानां दी तर्ज ते ऐसी लोकां दे कर्ज माफ करना, ड्रग माफिया ते तय समय च कार्रवाई करना। ये मुख टास्क ने जो हाईकमान ने कैप्टन अमरिंदर सिंह नूं दिते ने। पर सवाल यह है कि इन्हां नूं पूरा करन लई केवल 8 महीने बचे ने ते कायदे मुताबिक चोण ज़ाब्ते तो पहला दे 6 महीने। जिन इश्यूज पर 18 ऐसे इश्यूज हैं जिन पर EICC ने, पार्टी ने माननीय मुख्यमंत्री जी से कहा है और मुख्यमंत्री जी प्रेस कॉन्फ्रेंस करके चंडीगढ़ में इस बात को खुलासा करेंगे। जेकर मुख्यमंत्री हाईकमान का यह परफॉर्मेंस टेस्ट पास कर जाते हैं तो यकीनन हाईकमान के दरबार च सीएम का कद उच्चा हो जाएगा ते उन्हां दे विरोधी धड़े के तर्क कमजोर पै जाणगे। पर हाईकमान ने अजे तक सीएम चेहरे ते फैसला ना करके कांग्रेस के दोवें धड़ियां लई राह खुला रखिया है।
जो बजरी है माफिया को भी समाप्त करेंगे और माफिया के साथ साथ हम लोग जो है बजरी पर सरकार के नियंत्रण को हम करेंगे ताकि गरीब आदमी उसका उपयोग कर सके। तो वो ही सरकार को कहा गया है, जिसको मुख्यमंत्री जी ने कहा है कि वो उसके कानूनी पक्षों को देख करके उस पर कार्रवाई करेंगे। ਜਾਖੜ ਸਾਹਿਬ ਇੱਕ ਹਰੇਕ ਨੂੰ ਸਵਾਲ ਪੁੱਛਿਆ ਜਾ ਰਿਹਾ ਹੈ ਕਿ 2022 ਚੋਣਾਂ ਸੀਐਮ ਚਿਹਰਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾਣਾ ਚਾਹੀਦਾ ਜਾਂ ਵਿਦਆਊਟ ਸੀਐਮ ਚਿਹਰਾ ਜਾਣਾ ਚਾਹੀਦਾ? ਅੰਕਲ ਜੀ ਮੈਨੂੰ ਤਾਂ ਰਾਹੁਲ ਜੀ ਨੇ ਪੁੱਛਿਆ ਨਹੀਂ ਆ ਸਵਾਲ। ਪਾਰਟੀ ਵਿਚਲਾ ਕੈਪਟਨ ਵਿਰੋਧੀ ਖੇਮਾ ਆਪਣੀਆਂ ਦਲੀਲਾਂ ਦੇ ਨਾਲ ਹਾਈ ਕਮਾਂਡ ਨੂੰ ਇਹ ਗੱਲ ਜਚਾਉਣ 'ਚ ਕਾਮਯਾਬ ਰਿਹਾ ਹੈ ਕਿ ਕੁਝ ਐਸੇ ਪੱਖ ਦੇ ਮੁੱਦੇ ਨੇ ਜਿਨ੍ਹਾਂ ਤੇ ਪਾਰਟੀ ਦੀ ਕਾਰਗੁਜ਼ਾਰੀ ਠੀਕ ਨਹੀਂ ਰਹੀ ਤੇ ਸ਼ਾਇਦ ਉਸੇ ਆਧਾਰ ਤੇ ਹਾਈ ਕਮਾਂਡ ਨੇ ਸੀਐਮ ਕੈਪਟਨ ਨੂੰ 18 ਸੂਤਰੀ ਟਾਸਕ ਦਿੱਤਾ ਹੈ। ਪਰ ਇਹ ਸੀਐਮ ਕੋਲ ਵੀ ਮੌਕਾ ਹੈ ਕਿ ਉਹ ਇਸ ਪਰਫਾਰਮੈਂਸ ਟੈਸਟ ਨੂੰ ਪਾਸ ਕਰਕੇ ਪਾਰਟੀ ਵਿਚਲੇ ਆਪਣੇ ਵਿਰੋਧੀਆਂ ਨੂੰ ਚਿੱਤ ਕਰ ਸਕਦੇ ਨੇ। ਬਿਊਰੋ ਰਿਪੋਰਟ ਨਿਊਜ਼ 18। ਤਾਂ ਕਾਂਗਰਸ ਦੇ ਕਲੇਸ਼ ਵਿਚਲੇ ਕੈਪਟਨ ਨੂੰ ਡੈਡਲਾਈਨ ਮਿਲੀ ਹੈ। ਕੈਪਟਨ ਨੂੰ ਹਾਈ ਕਮਾਂਡ ਤੋਂ ਜੋ ਡੈਡਲਾਈਨ ਮਿਲੀ ਹੈ ਉਸ ਤੇ ਵਿਰੋਧੀ ਤੰਜ਼ ਕੱਸ ਰਹੇ ਨੇ। ਅਕਾਲੀ ਆਗੂ ਦਿਲਜੀਤ ਚੀਮਾ ਨੇ ਟਵੀਟ ਕੀਤਾ, ਪੰਜਾਬ ਦੇ ਲੋਕਾਂ ਦੀ ਕੀ ਗੱਲ ਕਰਨੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਹੀ ਹਾਈ ਕਮਾਂਡ ਨੂੰ ਇਹ ਸਾਬਤ ਕਰਨ 'ਚ ਨਾਕਾਮ ਸਾਬਤ ਹੋਏ ਨੇ ਕਿ 84.6% ਵਾਅਦੇ ਪੂਰੇ ਕਰ ਲਏ ਗਏ ਨੇ। ਹਾਲਾਂਕਿ 84.6 ਜੋ ਪਹਿਲਾ ਅੰਕੜਾ ਇੱਕ ਦਿੱਤਾ ਗਿਆ ਸੀ, ਪਰ ਕੱਲ ਹਰੀਸ਼ ਰਾਵਤ ਦੇ ਵੱਲੋਂ ਤਾਂ ਜਦੋਂ ਵਾਅਦਿਆਂ ਨੂੰ ਲੈ ਕੇ ਇੱਕ ਪਾਸੇ ਡੈਡਲਾਈਨ ਦੀ ਗੱਲ ਕੀਤੀ ਗਈ ਤਾਂ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ 95% ਵਾਅਦੇ ਜੋ ਨੇ ਉਹ ਪੂਰੇ ਕਰ ਲਏ ਗਏ ਨੇ। ਪਰ ਹੁਣ ਵਿਰੋਧੀ ਜੋ ਤੰਜ਼ ਕੱਸ ਰਹੇ ਨੇ, ਕਾਂਗਰਸ ਦਾ ਜੋ ਘਮਸਾਨ ਮਚਿਆ ਹੋਇਆ ਹੈ ਕਿ 84.6% ਵਾਅਦੇ ਪੂਰੇ ਕਰ ਲਏ ਗਏ ਨੇ। ਪਰ ਅਫਸੋਸ ਕਿ ਹਾਈਕਮਾਨ ਨੂੰ ਹੀ ਇਹ ਗੱਲ ਦਾ ਯਕੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਦਵਾ ਪਾਏ ਆਪਣੀ ਹੀ ਹਾਈਕਮਾਨ ਨੂੰ ਕਿ ਇਹ ਵਾਅਦੇ ਜੋ ਨੇ ਉਹ ਪੂਰੇ ਕਰ ਦਿੱਤੇ ਗਏ ਨੇ। ਤਾਂ ਕਾਂਗਰਸ ਦੇ ਮਚੇ ਘਮਸਾਨ ਦੇ ਵਿਚਾਲੇ ਹੁਣ ਵਿਰੋਧੀ ਨਿਸ਼ਾਨੇ ਕੱਸ ਰਹੇ ਨੇ ਕਿਉਂਕਿ ਆਪਣਿਆਂ ਨੇ ਜਦੋਂ ਮੋਰਚਾ ਖੋਲਿਆ ਹੋਵੇ ਤਾਂ ਵਿਰੋਧੀਆਂ ਨੂੰ ਹੋਰ ਵੀ ਵੱਡਾ ਮੌਕਾ ਮਿਲ ਜਾਂਦਾ ਹੈ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਨੇ। ਤਾਂ ਪੰਕਜ, 1.5 ਮਹੀਨੇ ਤੋਂ ਇਹ ਰੇੜਕਾ ਬਰਕਰਾਰ ਹੈ, ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਲਗਾਤਾਰ ਕਹਿ ਸਕਦੇ ਹਾਂ ਕਿ ਜੋ ਤਲਖੀ ਵੀ ਵੱਧਦੀ ਜਾ ਰਹੀ ਹੈ। ਫਿਲਹਾਲ ਕੀ ਕੁਝ ਅਪਡੇਟ ਹੈ ਪੂਰੇ ਮਾਮਲੇ ਨੂੰ ਲੈ ਕੇ, ਕਿਸ ਤਰ੍ਹਾਂ ਦੀ ਹਲਚਲ ਹੋ ਰਹੀ ਹੈ ਪੰਜਾਬ ਤੋਂ ਲੈ ਕੇ ਦਿੱਲੀ ਤੱਕ? ਦੇਖੋ, ਸਭ ਤੋਂ ਵੱਡੀ ਡਿਵੈਲਪਮੈਂਟ ਅੱਜ ਇਹ ਹੋਣ ਜਾ ਰਹੀ ਹੈ ਕਿ ਫਤਿਹ ਸਿੰਘ ਬਾਜਵਾ ਜੋ ਇਹ ਵਿਰੋਧੀ ਕਹਿ ਰਹੇ ਸੀਗੇ ਕਿ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਆਪਣੇ ਘਰ ਨੌਕਰੀ ਦੇ ਰਹੀ ਹੈ। ਯਾਨੀ ਕਿ 2 ਵਿਧਾਇਕਾਂ ਦੇ ਬੇਟੇ ਨੂੰ ਜਿਹੜੀ ਨੌਕਰੀ ਦਿੱਤੀ ਗਈ ਸੀ, ਜਿਸ ਵਿੱਚ ਫਤਿਹ ਸਿੰਘ ਬਾਜਵਾ ਸੀ ਔਰ ਰਾਕੇਸ਼ ਪਾਂਡੇ ਸੀ, ਉਹਨਾਂ ਦੇ ਵਿੱਚ ਫਤਿਹ ਸਿੰਘ ਬਾਜਵਾ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਜ਼ਿਕਰ ਕਰਨਗੇ, ਇਸ ਗੱਲ ਦਾ ਬਿਆਨ ਦੇਣਗੇ ਕਿ ਉਹ ਨੌਕਰੀ ਜਿਹੜੀ ਹੈ ਉਹ ਨਹੀਂ ਲੈਣਗੇ। ਨੌਕਰੀ ਜਿਹੜੀ ਹੈ ਉਹਨਾਂ ਦਾ ਬੇਟਾ ਨਹੀਂ ਲਏਗਾ। ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਸੀ। ਹਰ ਕੋਈ ਸਵਾਲ ਚੁੱਕ ਰਿਹਾ ਸੀਗਾ ਔਰ ਇਸ ਗੱਲ ਦਾ ਜ਼ਿਕਰ ਕੱਲ ਹਰੀਸ਼ ਰਾਵਤ ਹੋਰਾਂ ਨੇ ਵੀ ਕਿਹਾ ਸੀਗਾ ਕਿ ਫਤਿਹ ਸਿੰਘ ਬਾਜਵਾ ਨੇ ਮਨਾ ਕਰ ਦਿੱਤਾ ਵਾ ਜਾਂ ਫਿਰ ਹਾਲਾਤ ਇਸ ਤਰੀਕੇ ਦੇ ਬਣੇ ਨੇ ਜਦੋਂ ਪ੍ਰਤਾਪ ਸਿੰਘ ਬਾਜਵਾ ਵੀ ਵਿਰੋਧ ਕਰ ਰਹੇ ਸੀਗੇ। ਦੂਜੇ ਪਾਸੇ ਜਿਹੜੀ ਡੈਡਲਾਈਨ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਗਈ ਹੈ ਕਿ ਇਹ ਵਾਅਦੇ ਜਲਦ ਤੋਂ ਜਲਦ ਪੂਰੇ ਕੀਤੇ ਜਾਣ, ਉਹ ਵਾਅਦੇ ਪੂਰੇ ਕਰਨੇ ਅੰਮ੍ਰਿਤ ਇੰਨਾ ਆਸਾਨ ਨਹੀਂ ਹੈ। ਅਗਰ ਉਹ ਵਾਅਦੇ ਪੂਰੇ ਕਰਨੇ ਆਸਾਨ ਹੁੰਦੇ ਤਾਂ 4.5 ਸਾਲ 'ਚ ਪੂਰੇ ਹੋ ਜਾਣੇ ਸੀ। ਟਰਾਂਸਪੋਰਟ ਨੂੰ ਲੈ ਕੇ ਸਰਕਾਰ ਦੀ ਉਸ ਤਰੀਕੇ ਦੀ ਪਾਲਿਸੀ ਨਹੀਂ ਆਈ ਜੋ 2017 'ਚ ਮੈਨੀਫੈਸਟੋ 'ਚ ਵਾਅਦਾ ਕੀਤਾ ਗਿਆ ਸੀ। ਟਰਾਂਸਪੋਰਟ ਦੀ ਪਾਲਿਸੀ ਨੂੰ ਲੈ ਕੇ ਇਲਜ਼ਾਮ ਇਹ ਲੱਗਦੇ ਨੇ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਨੇ, ਉਹਨਾਂ ਨੂੰ ਪਰਮਿਟ ਮਿਲ ਜਾਂਦੇ ਨੇ, ਟਾਈਮਿੰਗ ਉਹਨਾਂ ਦੇ ਹਿਸਾਬ ਦੇ ਨਾਲ ਸੈੱਟ ਹੁੰਦੀ ਔਰ ਕੈਪਟਨ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ, ਸਰਕਾਰੀ ਬੱਸਾਂ ਨੂੰ ਫਾਇਦਾ ਨਹੀਂ ਹੋਇਆ। ਤਾਂ ਇਹ ਇੰਨਾ ਆਸਾਨ ਨਹੀਂ ਹੈ ਕਿ ਇਸ ਦੇ ਉੱਤੇ ਫੈਸਲਾ ਲਿੱਤਾ ਜਾਵੇ। ਰੇਤ ਮਾਫੀਆ ਦਾ ਜਦੋਂ ਜ਼ਿਕਰ ਹੁੰਦਾ ਹੈ ਉਦੋਂ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਨਾਲ ਕਾਂਗਰਸ ਦੇ ਲੀਡਰਾਂ ਦਾ ਨਾਂ ਵੀ ਆਉਂਦਾ ਹੈ। ਤਾਂ ਇਹ ਵੀ ਏਡਾ ਆਸਾਨ ਨਹੀਂ ਹੈ ਕਿ ਜੋ ਇਲੀਗਲ ਮਾਈਨਿੰਗ ਦਾ ਜ਼ਿਕਰ ਹੁੰਦਾ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਪਾਲਿਸੀ ਜਿਹੜੀ ਉਹ ਆਏਗੀ। ਦੂਸਰਾ, ਪਾਵਰ ਐਗਰੀਮੈਂਟ ਨੂੰ ਲੈ ਕੇ ਕੈਪਟਨ ਸਰਕਾਰ ਦਾ ਮੈਨੀਫੈਸਟੋ 'ਚ ਇਹ ਜ਼ਿਕਰ ਸੀਗਾ ਕਿ ਪੰਜਾਬ 'ਚ ਜਿਹੜੀ ਬਿਜਲੀ ਮਹਿੰਗੀ ਹੈ ਉਸ ਨੂੰ ਰੱਦ ਕੀਤਾ ਜਾਏਗਾ। ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਐਗਰੀਮੈਂਟ ਨੇ ਰੱਦ ਕੀਤਾ ਜਾਏਗਾ। ਇਸ ਨੂੰ ਲੈ ਕੇ ਲਗਾਤਾਰ ਕਾਂਗਰਸ ਦੇ ਲੀਡਰ ਸਵਾਲ ਚੁੱਕਦੇ ਰਹੇ ਨੇ ਕਿ ਕਿਉਂ ਨਹੀਂ ਵਿਧਾਨ ਸਭਾ 'ਚ ਵਾਈਟ ਪੇਪਰ ਲਿਆਂਦਾ ਗਿਆ। ਤਾਂ ਇਹ ਵੀ ਏਡਾ ਆਸਾਨ ਨਹੀਂ ਹੈ। ਲੇਕਿਨ ਇੱਕ ਜ਼ਿਕਰ ਹਰੀਸ਼ ਰਾਵਤ ਹੋਰਾਂ ਨੇ ਕੀਤਾ ਕਿ 200 ਯੂਨਿਟ ਤੱਕ ਬਿਜਲੀ ਮੁਫਤ ਦੇ ਦਿੱਤੀ ਜਾਏਗੀ। ਦਿੱਲੀ ਮਾਡਲ ਜਿਹੜਾ ਵਾ ਉਸੇ ਹਿਸਾਬ ਦੇ ਨਾਲ 200 ਯੂਨਿਟ ਤੱਕ ਬਿਜਲੀ ਪੰਜਾਬ 'ਚ ਮੁਫਤ ਦਿੱਤੀ ਜਾਏਗੀ। ਇਸ ਦੇ ਉੱਤੇ ਸਰਕਾਰ ਜ਼ਰੂਰ ਕੰਮ ਕਰ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਜਿਹੜੇ 18 ਨੁਕਤੇ ਨੇ ਪੂਰੇ ਕਰਨ ਦੇ ਉਹ ਇੰਨੇ ਆਸਾਨ ਨਹੀਂ ਹੋਣਗੇ ਔਰ ਇਸੇ ਵਜ੍ਹਾ ਕਰਕੇ ਕਿਤੇ ਨਾ ਕਿਤੇ ਹਾਈ ਕਮਾਨ ਨੇ ਵੀ ਇੱਕ ਗੁਗਲੀ ਸੱਟੀ ਹੈ
ਕਿ ਆਪਣੇ ਪਹਿਲਾਂ ਵਾਅਦੇ ਪੂਰੇ ਕਰੋ, ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ, ਫਿਰ ਦਿੱਲੀ ਆ ਕੇ ਜਿਹੜੀ ਹੈ ਉਹ ਗੱਲਬਾਤ ਕਰੋ। ਤੇ ਗੁਗਲੀ ਜ਼ਰੂਰ ਸੱਟੀ ਗਈ ਹੈ ਔਰ ਇਸ ਗੁਗਲੀ ਦੇ ਵਿੱਚ ਕੀ ਕੈਪਟਨ ਅਮਰਿੰਦਰ ਸਿੰਘ ਬੋਲਡ ਹੋਣਗੇ ਜਾਂ ਅੱਗੇ ਵੱਧ ਕੇ ਸਿਕਸਰ ਮਾਰਨਗੇ ਔਰ ਇਹ ਮੁੱਦੇ ਪੂਰੇ ਕਰਨਗੇ, ਇਹ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਫਸਰਾਂ ਦੇ ਨਾਲ ਤੈਅ ਕਰਨਾ, ਆਪਣੀ ਮਿਨਿਸਟਰੀ ਦੇ ਨਾਲ ਤੈਅ ਕਰਨਾ ਹੈ। ਅੰਮ੍ਰਿਤ ਬਿਲਕੁਲ ਪੰਕਜ, ਤਾਂ ਡੈਡਲਾਈਨ ਦਿੱਤੇ ਜਾਣਾ ਆਪਣੇ ਆਪ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਯਾਨੀ ਕਿ ਹਾਈਕਮਾਨ ਵੀ ਮੰਨਦੀ ਹੈ ਕਿ ਵਾਅਦੇ ਪੂਰੇ ਤਾਂ ਨਹੀਂ ਹੋਏ ਨੇ, ਬੇਸ਼ੱਕ ਕਦੇ 84.6% ਦਾ ਅੰਕੜਾ ਕਹਿ ਦਿੱਤਾ ਜਾਵੇ ਜਾਂ ਫਿਰ ਹਰੀਸ਼ ਰਾਵਤ 95% ਦੀ ਜਦੋਂ ਗੱਲ ਕਰਦੇ ਨੇ। ਖੈਰ ਪੰਕਜ ਬਣੇ ਰਹੋ, ਤੁਹਾਡੇ ਤੋਂ ਫਿਰ ਹੋਰ ਜਾਣਕਾਰੀ ਦੇ ਲਈ ਰੁਕ ਕਰਦੇ ਹਾਂ। ਫਿਲਹਾਲ ਕੁਲਦੀਪ ਵੈਦ ਸਾਡੇ ਨਾਲ ਜੁੜੇ ਨੇ, ਕਾਂਗਰਸ ਦੇ ਵਿਧਾਇਕ ਨੇ। ਤਾਂ ਕੁਲਦੀਪ ਵੈਦ ਜੀ, ਬੇਸ਼ੱਕ ਬੜੀਆਂ ਸਾਰੀਆਂ ਦਲੀਲਾਂ ਵੀ ਦਿੱਤੀਆਂ ਜਾਂਦੀਆਂ ਨੇ ਕਿ ਕਾਂਗਰਸ ਦੇ ਵੱਲੋਂ ਕਿ ਸਭ ਕੁਝ ਠੀਕ ਹੈ, ਠੀਕ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਈਕਮਾਨ ਦੇ ਵੱਲੋਂ ਜਦੋਂ ਡੈਡਲਾਈਨ ਦੇ ਦਿੱਤੀ ਜਾਵੇ ਕਿ 18 ਨੁਕਤਿਆਂ ਤੇ ਕੰਮ ਕਰੋ, ਵਾਅਦੇ ਪੂਰੇ ਕਰੋ ਜਲਦ, ਹਾਈਕਮਾਨ ਵੀ ਮੰਨਦੀ ਹੈ ਕਿ ਪੰਜਾਬ ਦੇ ਵਿੱਚ ਵਾਅਦੇ ਤਾਂ ਪੂਰੇ ਨਹੀਂ ਹੋਏ ਨੇ? ਦੇਖੋ, ਇਸ ਤਰ੍ਹਾਂ ਹੁੰਦਾ ਹੈ, ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਸੈਂਟਰ 'ਚ ਮੋਦੀ ਸਰਕਾਰ ਹੈ, ਚਾਹੇ ਪਹਿਲੀਆਂ ਪੰਜਾਬ ਦੀਆਂ ਸਰਕਾਰਾਂ ਸੀ, 2007 ਤੋਂ 2017 ਕਾਂਗਰਸ ਅਕਾਲੀ ਦਲ ਸੀ, ਇਸੇ ਤਰ੍ਹਾਂ ਹੀ 97 ਤੋਂ ਲੈ ਕੇ 2002 ਤੱਕ ਸ਼੍ਰੋਮਣੀ ਅਕਾਲੀ ਦਲ ਸੀ। ਇਹ ਸਾਰੀਆਂ ਸਰਕਾਰਾਂ ਦੇ ਮੈਨੀਫੈਸਟੋ ਚੱਕ ਲਓ, ਦੇਖੋ ਵੀ ਇਹ ਪੂਰੇ ਹੋਏ ਨੇ ਕੁਝ। ਮੈਨੀਫੈਸਟੋ ਦਾ ਪਰਪਸ ਹੁੰਦਾ ਪ੍ਰਪੋਜ਼ਡ, ਲੇਕਿਨ ਮੈਂ ਧੰਨਵਾਦੀ ਹਾਂ ਸਾਡੀ ਹਾਈ ਕਮਾਂਡ ਦਾ, ਉਹਨਾਂ ਨੇ ਇੱਕ ਕੰਮ ਬਹੁਤ ਵਧੀਆ ਕੀਤਾ ਹੈ। ਕੰਮ ਤਾਂ ਪਹਿਲਾਂ ਵੀ ਠੀਕ ਚੱਲ ਰਿਹਾ ਸੀ, ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਜਿਹੜੇ ਇਹ ਵਾਅਦੇ ਸੀ ਉਹ ਪੂਰੇ ਕਰਨ ਲੱਗੇ ਹੋਏ ਸੀ, ਲੇਕਿਨ ਹੋਇਆ ਕਿ ਇਹ ਜਿਹੜਾ ਕੁਝ ਮਸਲਾ ਉੱਠਿਆ, ਸਰਦਾਰ ਨਵਜੋਤ ਸਿੰਘ ਸਿੱਧੂ ਦਾ, ਸਾਡੇ ਇੱਕ ਦੋ ਮਿਨਿਸਟਰ ਨੇ ਕਈ ਸਵਾਲ ਖੜੇ ਕੀਤੇ ਹਾਈ ਕੋਰਟ ਦੀ ਜੱਜਮੈਂਟ ਤੋਂ ਬਾਅਦ। ਮੈਂ ਧੰਨਵਾਦੀ ਹਾਂ ਹਾਈ ਕਮਾਂਡ ਦਾ ਕਿ ਉਹਨਾਂ ਨੇ ਤੇ ਚੀਫ ਮਿਨਿਸਟਰ ਸਾਹਿਬ ਨੇ ਮਿਲ ਕੇ ਇੱਕ ਏਜੰਡਾ ਤੈਅ ਕੀਤਾ ਕਿ ਇਹ ਜਿਹੜਾ ਕੁਝ, ਕਿਉਂਕਿ 22 ਦੀ ਇਲੈਕਸ਼ਨ ਆ ਰਹੀ ਹੈ, ਕਿ ਜਿਹੜੇ ਕੁਝ ਸਾਡੇ ਵਾਅਦੇ ਰਹਿ ਗਏ ਨੇ ਉਹਨਾਂ ਨੂੰ ਫਾਸਟ ਸਪੀਡ ਤੇ ਕੀਤਾ ਜਾਵੇ। ਸਪੀਡ ਤੇ ਤਾਂ ਪਹਿਲਾਂ ਵੀ ਮਹਾਰਾਜ ਸਾਹਿਬ ਕਰ ਰਹੇ ਸੀ। 7000 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨਾ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਕੋਈ ਸੌਖੀ ਗੱਲ ਹੈ? ਦਲਿਤ ਪਰਿਵਾਰਾਂ ਦਾ 526 ਕਰੋੜ ਰੁਪਇਆ ਕਰਜ਼ਾ ਮਾਫ ਕੀਤਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 200 ਕਰੋੜ ਰੁਪਇਆ ਰਿਲੀਜ਼ ਕਰ ਦਿੱਤਾ, ਇਸੇ ਤਰ੍ਹਾਂ ਹੀ 1500 ਰੁਪਇਆ ਪੈਨਸ਼ਨ ਕਰ ਦਿੱਤੀ। ਕੁਲਦੀਪ ਜੀ, ਮਾਫ ਕਰਨਾ ਵਿੱਚ ਟੋਕ ਰਹੀ ਹਾਂ ਤੁਹਾਨੂੰ, ਕਿਉਂਕਿ ਵਾਅਦੇ ਚਲੋ ਤੁਸੀਂ ਜਿਹੜੇ ਪੂਰੇ ਹੋਏ ਨੇ ਉਹਨਾਂ ਦੀ ਗੱਲ ਕਰ ਰਹੇ ਹੋ, ਪਰ ਇਸ ਡੈਡਲਾਈਨ ਦੇ ਮਾਇਨੇ ਕਿਸ ਤਰ੍ਹਾਂ ਦੇ ਸਮਝਦੇ ਹੋ? ਕਿਉਂਕਿ ਜਿਹੜੇ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਮੁੱਦੇ ਕਾਫੀ ਗੰਭੀਰ ਨੇ, ਚਾਹੇ ਉਹ ਨਸ਼ੇ ਦੇ ਮੁੱਦੇ ਦੀ ਗੱਲ ਕੀਤੀ ਜਾਵੇ, ਸੈਂਡ ਮਾਫੀਆ ਦੀ ਗੱਲ ਕੀਤੀ ਜਾਵੇ, ਬਰਗਾੜੀ ਦਾ ਖਾਸ ਤੌਰ ਤੇ ਹਰੀਸ਼ ਰਾਵਤ ਨੇ ਜ਼ਿਕਰ ਕੀਤਾ। ਤਾਂ ਕੀ ਲੱਗਦਾ ਹੈ ਕਿ ਜਿਹੜੇ 4.5 ਸਾਲ ਦੇ ਵਿੱਚ ਨਹੀਂ ਪੂਰੇ ਹੋ ਪਾਏ ਉਹਨਾਂ ਦੇ ਲਈ 6 ਮਹੀਨੇ ਕਾਫੀ ਹੋ ਪਾਉਣਗੇ? ਨਹੀਂ ਚੱਲਦੀਆਂ, ਜਿਵੇਂ ਤੁਸੀਂ ਕਹਿੰਦੇ ਹੋ ਕਿ ਜੀ 4.5 ਸਾਲ, ਤੁਸੀਂ ਮੁਲਾਂਕਣ ਕਰੋ 4.5 ਸਾਲ ਦਾ ਕਿੰਨਾ ਵਧੀਆ ਕੰਮ ਕੀਤਾ ਕੈਪਟਨ ਸਰਕਾਰ ਨੇ। ਕੁਝ ਚੀਜ਼ਾਂ ਰਹਿ ਗਈਆਂ, ਇਹਦੇ 'ਚ ਕੋਈ ਦੋਰਾਵਾ ਨਹੀਂ, ਕੁਝ ਚੀਜ਼ਾਂ ਰਹਿ ਗਈਆਂ, ਲੇਕਿਨ ਬਾਕੀ ਚੀਜ਼ਾਂ ਸਾਰੀਆਂ ਪੂਰੀਆਂ ਹੋ ਰਹੀਆਂ ਨੇ ਤੇ ਹੋ ਜਾਣਗੀਆਂ। ਐਂਡ ਮੈਂ ਇਸ ਚੀਜ਼ ਨੂੰ ਬਹੁਤ ਹੈਲਦੀ ਲੈਣਾ ਕਿ ਜੋ ਹਰੀਸ਼ ਰਾਵਤ ਜੀ ਨੇ ਇੰਟਰਵਿਊ 'ਚ ਕਿਹਾ ਹੈ ਕਿ 18 ਪੁਆਇੰਟਸ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਸਲਾਹ ਕੀਤੀ ਹੈ, ਉਹ ਪਹਿਲਾਂ ਵੀ ਹੋ ਰਹੇ ਸੀ, ਹੁਣ ਥੋੜਾ ਹੋਰ ਫਾਸਟ ਹੋ ਜਾਣਗੇ। ਐਵਰੀਬਾਡੀ ਨੋਜ਼, ਇਹਨੂੰ ਹੈਲਦੀ ਲੈਣਾ ਚਾਹੀਦਾ ਹੈ, ਇਹਦੇ ਵਿੱਚ ਕੋਈ ਨੈਗੇਟਿਵਿਟੀ ਨਹੀਂ ਹੈ। ਹਰ ਸਰਕਾਰ ਦਾ ਫਰਜ਼ ਬਣਦਾ, ਕਿਹੜੀ ਸਰਕਾਰ ਚਾਹੁੰਦੀ ਹੈ ਕਿ ਵੀ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹ ਪੂਰੇ ਨਾ ਹੋਣ, ਲੇਕਿਨ ਉਹ ਹਾਲਾਤ ਵੀ ਵੇਖਣੇ ਚਾਹੀਦੇ ਆ। 20 ਤੇ 21 ਸਾਡਾ ਕਰੋਨਾ ਚ ਲੰਘ ਗਿਆ। ਆਫਟਰ ਆਲ ਹਰ ਚੀਜ਼ ਪੈਸਿਆਂ ਨਾਲ ਹੁੰਦੀ ਹੈ। ਸਾਡਾ ਜਿਹੜਾ ਘਰ ਚੱਲਦਾ ਆ ਉਹ ਵੀ ਪੈਸਿਆਂ ਨਾਲ ਚੱਲਦਾ ਆ। ਜੇ ਸਾਡੇ ਕਿਸੇ ਪਰਿਵਾਰ ਦੀ ਕੋਈ 25000 ਰੁਪਇਆ ਆਮਦਨ ਹੈ ਤੇ ਖਰਚੇ 40000 ਹੋ ਜਾਣ ਤੇ ਉਹ ਪਿਓ ਨੇ ਦੇਖਣਾ ਕਿ ਉਹਨੂੰ ਮੈਨੇਜ ਕਿਵੇਂ ਕਰਨਾ। ਵੀ ਆਰ ਮੈਨੇਜਿੰਗ। ਚਲੋ ਕੁਲਦੀਪ ਵੈਦ ਕਹਿ ਰਹੇ ਨੇ ਕਿ ਵਾਅਦੇ ਕੁਝ ਰਹਿੰਦੇ ਨੇ, ਸਮਾਂ ਇਦਾਂ ਦਾ ਆਇਆ ਕਿ ਕਹਿੰਦੇ ਪੂਰੇ ਹੋ ਜਾਣਗੇ ਜਲਦੀ, ਮੰਨਦੇ ਨੇ ਕਿ ਕੁਝ ਚੀਜ਼ਾਂ ਦੇ ਵਿੱਚ ਰਹਿ ਗਈ ਹੈ ਕਮੀ। ਕੁਲਦੀਪ ਵੈਦ ਜੀ ਬਣੇ ਰਹੋ ਤੁਸੀਂ ਸਾਡੇ ਨਾਲ। ਚਰਨਜੀਤ ਬਰਾੜ ਜੁੜੇ ਨੇ ਅਕਾਲੀ ਦਲ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਜੈਕਿਸ਼ਨ ਰੋੜੀ ਨੇ। ਤਾਂ ਚਰਨਜੀਤ ਬਰਾੜ ਜੀ, ਕਿਸ ਤਰ੍ਹਾਂ ਦੇਖਦੇ ਹੋ ਡੈਡਲਾਈਨ ਜੋ ਦਿੱਤੀ ਗਈ ਹੈ ਹਾਈਕਮਾਨ ਦੇ ਵੱਲੋਂ ਕੈਪਟਨ ਨੂੰ, ਉਸ ਨੂੰ, ਤੇ ਜੋ ਦਲੀਲਾਂ ਕੁਲਦੀਪ ਵੈਦ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ? ਦੇਖੋ, ਇੱਕ ਗੱਲ ਆ, ਮੈਂ ਜਿਹੜੀਆਂ ਬਾਕੀ ਦੀਆਂ ਗੱਲਾਂ ਕੀਤੀਆਂ ਸਾਰੀਆਂ ਦਾ ਕੱਲੀ ਦਾ ਜਵਾਬ ਦੇਵਾਂਗਾ, ਪਰ ਕਈ ਇੱਕ ਇਹਨਾਂ ਨੇ ਲਾਸਟ ਗੱਲ ਕੀਤੀ ਹੈ ਕਿ ਕਰੋਨਾ ਕਰਕੇ ਪੈਸਿਆਂ ਦੀ ਕਮੀ ਜਾਂ ਘੱਟ ਜਿਹੜੇ ਸਪੀਡ 'ਚ ਹੋਏ ਹੈ। ਮੇਰਾ ਇੱਕ ਮੌਜੂਦਾ ਸਰਕਾਰ ਨੂੰ ਸਵਾਲ ਹੈ, ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵਿੱਚ ਤਰਾਹ ਹੋਈ ਪਈ ਹੈ, ਬਿਜਲੀ ਦੀ ਮਿਸਮੈਨੇਜਮੈਂਟ ਹੈ ਔਰ ਬਿਜਲੀ ਸਹੀ ਢੰਗ ਨਾਲ ਵੰਡ ਨਹੀਂ ਹੋ ਰਹੀ, ਨਾ ਤਾਂ ਕਿਸਾਨਾਂ ਨੂੰ ਪੂਰੀ ਹੋ ਰਹੀ ਹੈ। ਜੇ ਕਿਸਾਨ ਦੇ ਬਿਜਲੀ ਨਹੀਂ ਜਾਂਦੀ ਤਾਂ ਲੇਬਰ ਵੀ ਵੱਟਾਂ ਤੇ ਵਿਹਲੀ ਬੈਠੀ ਹੈ, ਔਰ ਜੇ ਮੰਨ ਲਓ ਬਿਜਲੀ ਪਿੰਡਾਂ 'ਚ ਨਹੀਂ ਜਾਂਦੀ ਤੇ ਤਰਾਹ ਪਿੰਡਾਂ ਦੇ ਵਿੱਚ ਹੋਈ ਪਈ ਹੈ। ਪਿਛਲੇ 3 ਦਿਨ ਦਾ ਹਾਲ ਹੈ, ਕਿਉਂਕਿ ਸਰਕਾਰ ਜਿਹੜੀ ਹੈ ਉਹ ਆਪਣੇ ਆਪ ਦੀ ਕੁਰਸੀ ਬਚਾਉਣ ਜਾਂ ਢਾਉਣ ਦੇ ਵਿੱਚ ਲੱਗੇ ਹੋਏ ਨੇ ਸਰਕਾਰ ਦੇ ਨੁਮਾਇੰਦੇ, ਔਰ ਪੰਜਾਬ ਵੱਲ ਕਿਸੇ ਦਾ ਧਿਆਨ ਹੀ ਨਹੀਂ ਹੈ। ਇੱਕ ਗੱਲ
ਦੂਜੀ ਗੱਲ ਸ਼ੁਰੂਆਤ ਜਦੋਂ ਮੈਂ ਜੁੜਿਆ ਤਾਂ ਇੱਕ ਗੱਲ ਵੈਦ ਸਾਹਿਬ ਕਹਿ ਰਹੇ ਸੀ ਕਿ ਪਿਛਲੀ ਸਰਕਾਰ ਦਾ ਮੈਨੀਫੈਸਟੋ ਚੱਕ ਲਓ। ਮੈਂ ਜ਼ਰੂਰ ਕਹੂੰਗਾ ਤੁਹਾਨੂੰ ਨਿਊਜ਼ 18 ਦੇ ਸਾਰੇ ਜਿਹੜੇ ਪ੍ਰਬੰਧਕ ਹੈ, ਕਿਰਪਾ ਕਰਕੇ ਸਾਡੇ ਵਾਲੇ ਮੈਨੀਫੈਸਟੋ ਤੇ ਇਹਨਾਂ ਵਾਲੇ ਮੈਨੀਫੈਸਟੋ ਤੇ ਕਿਰਪਾ ਕਰਕੇ ਆਪਾਂ ਜ਼ਰੂਰ ਬਹਿਸ ਕਰੋ ਇੱਕ ਦਿਨ, ਕੱਲੇ ਮੈਨੀਫੈਸਟੋ ਤੇ, ਹੋਰ ਨਹੀਂ, ਪੁਆਇੰਟ ਵਾਈਜ਼ ਤੇ ਪੇਜ ਵਾਈਜ਼ ਵੀ ਕਿੰਨਾ ਕਿਹਨੇ ਪੂਰਾ ਕੀਤਾ, ਕਿੰਨਾ ਕਿਹਨੇ ਨਹੀਂ ਕੀਤਾ। ਯਾਰ ਵਿੱਚ ਨਾ ਬੋਲਿਆ ਕਰੋ ਤੁਸੀਂ, ਤੁਹਾਨੂੰ ਸਬਰ ਨਾਲ ਕੁਲਦੀਪ ਵੈਦ ਜੀ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ, ਗੱਲ ਪੂਰੀ ਕਰ ਲੈਂਦੇ ਹੈ ਚਰਨਜੀਤ ਬਰਾੜ ਜੀ ਨੂੰ, ਉਸ ਤੋਂ ਬਾਅਦ ਤੁਹਾਡੇ ਕੋਲ ਵੀ ਤੁਹਾਡਾ ਪੂਰਾ ਪੱਖ ਸੁਣਾਂਗੇ। ਜੀ ਚਰਨਜੀਤ ਜੀ, ਪੂਰੀ ਗੱਲ ਸਬਰ ਨਾਲ ਸੁਣੀ ਜੋ ਕਿਹਾ ਇਹਨਾਂ ਨੇ। ਕਿਰਪਾ ਕਰਕੇ ਮੇਰੀ ਸਾਰੇ ਨੁਮਾਇੰਦਿਆਂ ਨੂੰ ਬੇਨਤੀ ਹੈ, ਹੱਥ ਜੋੜ ਕੇ ਵਿਰੋਧੀ ਪਾਰਟੀਆਂ ਦੇ ਨੂੰ ਵੀ, ਲੋਕ ਸਾਡੇ ਤੇ ਹੱਸਦੇ ਆ ਜਦੋਂ ਅਸੀਂ ਇੱਕ ਦੂਜੇ ਦੇ ਵਿੱਚ ਬੋਲਦੇ ਆ, ਇਸ ਕਰਕੇ ਮੇਰੀ ਗੱਲ ਪੂਰੀ ਸੁਣ ਲਓ। ਜਿਹੜੀ ਮੈਨੀਫੈਸਟੋ ਦੀ ਹੈ ਉਹ ਬਹਿਸ ਕਰਨੀ ਚਾਹੀਦੀ, ਔਰ ਸਾਡੇ ਵੇਲੇ ਵਾਲਾ ਵੀ ਮੁਲਾਂਕਣ ਦੀ ਲੋੜ ਹੈ, ਕਰਨਾ ਚਾਹੀਦਾ। ਮੈਂ ਇੱਕ ਬੇਨਤੀ ਕਰਾਂ। ਦੂਜੀ ਗੱਲ ਮੈਂ ਯਾਦ ਕਰਾ ਦਿਆਂ ਵੈਦ ਸਾਹਿਬ ਨੂੰ, ਵੈਦ ਸਾਹਿਬ ਤੁਸੀਂ ਵੀ ਕੰਧਾਂ ਦੇ ਉੱਤੇ ਇੱਕ ਪੋਸਟਰ ਲਾਏ ਸੀ ਜਿਹਦੇ 'ਚ 100 ਦਿਨ ਦਾ ਏਜੰਡਾ ਜਾਰੀ ਕੀਤਾ ਸੀ, ਤੇ 100 ਦਿਨ ਦੇ ਵਿੱਚ ਸਾਰੀਆਂ ਗੱਲਾਂ ਤੁਸੀਂ ਪੂਰੀਆਂ ਕਰਨ ਦੇ ਵਾਅਦੇ ਕੀਤੇ ਸੀ ਕਿ ਕਿਹੜੀ ਤਰੀਕ ਨੂੰ ਕਿਹੜਾ ਕੰਮ ਕਰਾਂਗੇ। ਤੁਸੀਂ ਤਾਂ ਇੱਥੋਂ ਤੱਕ ਕਿਹਾ ਸੀ ਆ ਕੱਚੇ ਮੁਲਾਜ਼ਮ ਜਿਹੜੇ ਸਾਡੀਆਂ ਭੈਣਾਂ ਡਾਂਗਾ ਖਾਈ ਜਾਂਦੀਆਂ ਵੀ ਪਹਿਲੀ ਕੈਬਨਿਟ 'ਚ ਪੂਰੀਆਂ ਕਰਾਂਗੇ, ਔਰ ਜਿੱਥੇ ਅੱਜ ਮੋਹਾਲੀ ਦੇ ਵਿੱਚ ਧਰਨਾ ਲਾਈ ਬੈਠੇ ਨੇ ਟੀਚਰ ਸਾਹਿਬਾਨ, ਉੱਥੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਸੀਗਾ ਕਿ ਮੇਰਾ ਤਾਂ ਮਾਲੀ ਇਹ ਤੋਂ ਵੱਧ ਤਨਖਾਹ ਲੈਂਦਾ ਹੈ, ਤੇ 4.5 ਸਾਲ ਹੋ ਗਏ, ਹੁਣ ਕਿਉਂ ਭੁੱਲ ਗਏ ਉਸ ਗੱਲ ਨੂੰ। ਇਸ ਕਰਕੇ ਜੋ ਗੁਟਕਾ ਸਾਹਿਬ ਹੱਥ 'ਚ ਫੜ ਕੇ ਵਾਅਦੇ ਕੀਤੇ, ਤੁਸੀਂ 7500 ਕਰੋੜ ਦਾ ਵੈਦ ਸਾਹਿਬ ਝੂਠ ਬੋਲ ਰਹੇ ਹੋ। 5400 ਕਰੋੜ ਰੁਪਇਆ ਤੁਸੀਂ ਮਾਫ ਕੀਤਾ ਹਾਲੇ ਤੱਕ, ਤੇ ਇਦੋਂ ਜ਼ਿਆਦਾ ਦਾ ਤਾਂ ਵਿਆਜ ਪੈ ਗਿਆ ਲੋਕਾਂ ਨੂੰ ਤੁਹਾਡੇ ਕਰਜ਼ਾ ਮਾਫੀ ਉਡੀਕਦਿਆਂ ਨੂੰ। ਫਿਰ ਤੁਸੀਂ ਜਿਹੜੇ ਕਿਸਾਨ ਖੁਦਕੁਸ਼ੀ ਕਰ ਗਏ ਸੀ ਉਹਨਾਂ ਦੇ ਪਰਿਵਾਰਾਂ 'ਚ ਨੌਕਰੀ ਦੇਣੀ ਸੀ, 10 ਲੱਖ ਰੁਪਏ ਦੇਣਾ ਸੀ, ਕਰਜ਼ਾ ਮਾਫ ਕਰਨਾ ਸੀ, ਉਹ ਨਹੀਂ ਕੀਤਾ। 500 ਕਿਸਾਨ ਸਾਡੇ ਸ਼ਹੀਦ ਹੋ ਗਏ ਆ, ਉਹਨਾਂ ਦਾ ਨਹੀਂ ਕਰਜ਼ਾ, ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਹਾਂ, ਐਮਐਲਏ ਨੂੰ ਜ਼ਰੂਰ ਨੌਕਰੀ ਮਿਲਦੀ ਹੈ। ਇਸ ਕਰਕੇ ਮੈਂ ਬੇਨਤੀ ਇਸ ਗੱਲ ਦੀ ਕਰਾਂ, ਜਿਸ ਕਿਸਮ ਦਾ ਜਲੂਸ ਕਾਂਗਰਸ ਪਾਰਟੀ ਦਾ ਇੱਕ ਦੂਜੇ ਨੂੰ ਲਾਉਣ ਜਾਂ ਕੁਰਸੀ ਤੇ ਬੈਠਣ ਲਈ ਕੱਢਿਆ ਜਾ ਰਿਹਾ ਹੈ, ਜੇ ਇਹਨੂੰ ਇਹ ਸਮਝਦੇ ਆ ਕਿ ਸਾਡੇ ਮੁਲਾਂਕਣ ਹੋ ਰਿਹਾ ਤੇ ਠੀਕ ਹੋ ਰਿਹਾ ਤੇ ਖੁਸ਼ ਰਹਿਣ, ਪਰ ਕਿਰਪਾ ਕਰਕੇ ਪੰਜਾਬ ਵੱਲ ਧਿਆਨ ਦੇਣ। ਲੋਕਾਂ ਨੇ ਸਰਕਾਰ ਇਹਨਾਂ ਨੂੰ ਸੇਵਾ ਕਰਨ ਲਈ ਦਿੱਤੀ ਹੈ, ਨਾ ਕਿ ਕੁਰਸੀਆਂ ਤੋਂ ਖੋਹਣ ਦੀ ਜਾਂ ਇੱਕ ਦੂਜੇ ਤੇ ਕਬਜ਼ਾਦਾਰੀ ਕਰਨ। ਚਲੋ ਕੁਲਦੀਪ ਵੈਦ ਜੀ ਦੇ ਕੋਲੋਂ ਵੀ ਜਵਾਬ ਲਵਾਂਗੇ। ਫਿਲਹਾਲ ਜੈ ਕਿਸ਼ਨ ਰੋੜੀ ਵੀ ਸਾਡੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਤੋਂ। ਤਾਂ ਜੈ ਕਿਸ਼ਨ ਰੋੜੀ ਜੀ, ਅਕਾਲੀ ਦਲ ਦੀ ਵੀ ਲੰਬਾ ਸਮਾਂ ਸਰਕਾਰ ਰਹੀ ਹੈ, ਕਾਂਗਰਸ ਦੀ ਵੀ ਸਰਕਾਰ ਰਹੀ ਹੈ, ਦੋਵਾਂ ਸਰਕਾਰਾਂ ਰਹੀਆਂ ਨੇ, ਦਲੀਲਾਂ ਤੁਸੀਂ ਸੁਣੀਆਂ ਨੇ। ਕਾਂਗਰਸ ਕੀ ਕਹਿ ਰਹੀ ਹੈ, ਕਹਿੰਦੀ ਹੈ ਕਿ ਕੁਝ ਵਾਅਦੇ ਜ਼ਰੂਰ ਰਹਿ ਗਏ ਨੇ, ਤੇ ਦੂਜੇ ਪਾਸੇ ਚਰਨਜੀਤ ਬਰਾੜ ਕਹਿ ਰਹੇ ਨੇ ਕਿ ਦੋਵਾਂ ਮੈਨੀਫੈਸਟੋ ਦਾ ਮੁਲਾਂਕਣ ਕਰ ਲਓ। ਵਿਰੋਧੀ ਧਿਰ ਦੇ ਵਿੱਚ ਤੁਸੀਂ ਹੋ, ਮੁੱਖ ਵਿਰੋਧੀ ਧਿਰ ਹੋ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਵੈਦ ਸਾਹਿਬ ਬੜੇ ਸਤਿਕਾਰਯੋਗ ਨੇ। ਵੈਦ ਸਾਹਿਬ ਨੇ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੇ ਵਾਅਦੇ ਆ, ਪੈਨਸ਼ਨ ਕਹਿੰਦੇ ਅਸੀਂ 1500 ਕਰਤੀ। ਮੈਨੂੰ ਆਪਣੇ ਵਿਧਾਨ ਸਭਾ ਦਾ ਇੱਕ ਵੀ ਬੰਦਾ ਦੱਸ ਦੇਣ ਜਿਹਨੂੰ 1500 ਪੈਨਸ਼ਨ ਮਿਲ ਗਈ ਹੋਵੇ। ਉਸ ਤੋਂ ਬਾਅਦ ਕਹਿੰਦੇ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ, ਅਸੀਂ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਤਾ। ਕਹਿੰਦੇ ਕਿ ਮਜ਼ਦੂਰਾਂ ਦੇ ਬੱਚਿਆਂ ਨੂੰ, ਦਲਿਤਾਂ ਦੇ ਬੱਚਿਆਂ ਨੂੰ ਅਸੀਂ 200 ਕਰੋੜ ਰੁਪਇਆ ਕਹਿੰਦੇ ਸਕਾਲਰਸ਼ਿਪ ਦਾ ਕਰਤਾ। ਉਹਦੇ ਲਈ ਤਾਂ ਸਾਨੂੰ ਭੁੱਖ ਹੜਤਾਲ ਤੇ ਬੈਠਣਾ ਪਿਆ, ਲੁਧਿਆਣੇ ਵਿੱਚ ਬੈਠੇ ਰਹੇ ਆ। ਅੱਜ ਸਰਕਾਰ ਜੇਕਰ ਅਖੀਰਲੇ 2 ਮਹੀਨੇ ਦੇ ਵਿੱਚ ਆ ਕੇ ਕਹੇ ਕਿ ਮੈਂ 18 ਗੱਲਾਂ ਪੂਰੀਆਂ ਕਰ ਦੇਣੀਆਂ, ਗੱਲਾਂ ਨਾ 9 ਦੀ ਗੱਲ ਹੈ, ਨਾ 18 ਦੀ ਗੱਲ ਹੈ, ਨਾ 36 ਦੀ ਗੱਲ ਹੈ। ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਕਾਂਗਰਸ ਨੇ ਆਪਣੇ ਆਉਣ ਤੋਂ ਪਹਿਲਾਂ ਸਰਕਾਰ ਦੇ ਵਿੱਚ ਵਾਅਦੇ ਕੀ ਕੀਤੇ ਸੀ, ਔਰ ਉਹਨਾਂ ਵਾਅਦਿਆਂ ਦੇ ਵਿੱਚ ਕਿੰਨੇ ਅਜੇ ਤੱਕ ਪੂਰੇ ਕਰ ਸਕੇ ਹੈ। ਇਹਨਾਂ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਬਾਦਲ ਸਾਹਿਬ ਵੱਲ ਨੇ ਜਿਹੜੇ ਗਲਤ ਬਿਜਲੀ ਦੇ ਸਮਝੌਤੇ ਕੀਤੇ ਹੈ, ਜਿਹਦੇ ਨਾਲ ਅੱਜ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਕਹਿੰਦੇ ਅਸੀਂ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹ ਸਮਝੌਤੇ ਰੱਦ ਕਰਾਂਗੇ। ਕੀ ਕਰ ਦਿੱਤੇ? ਨਹੀਂ ਕੀਤੇ। ਇਹ ਕਹਿੰਦੇ ਸੀ ਕਿ ਬਾਦਲ ਸਾਹਿਬ ਵੱਲੋਂ ਜਿਹੜੀ ਗੈਰ ਕਾਨੂੰਨੀ ਜਿਹੜੀ ਹੈ ਨਾਲ ਟਰਾਂਸਪੋਰਟ ਜਿਹੜਾ ਚਲਾਈ ਜਾ ਰਹੀ ਹੈ, ਉਹ ਟਰਾਂਸਪੋਰਟ ਬੱਸਾਂ ਬੰਦ ਕਰਕੇ ਅਸੀਂ ਜਿਹੜੇ ਬੇਰੁਜ਼ਗਾਰ ਨੌਜਵਾਨ ਹੈ ਉਹਨਾਂ ਬੱਚਿਆਂ ਨੂੰ ਕਹਿੰਦੇ ਅਸੀਂ ਦੇਵਾਂਗੇ ਬੱਸਾਂ ਦੇ ਪਰਮਿਟ। ਕੀ ਦੇ ਦਿੱਤੇ? ਉਸ ਤੋਂ ਬਾਅਦ ਇਹਨਾਂ ਨੇ ਕਿਹਾ ਘਰ ਘਰ ਨੌਕਰੀ ਆਪਾਂ ਬੇਰੁਜ਼ਗਾਰਾਂ ਨੂੰ ਦੇਵਾਂਗੇ, ਦੇਤੀ। ਕਹਿੰਦੇ ਸੀ ਨਸ਼ੇ ਦਾ ਲੱਕ ਤੋੜ ਦਿਆਂਗੇ, ਤੋੜ ਦਿੱਤਾ। ਇਹ ਬਾਅਦ ਜਿੰਨੀਆਂ ਗੱਲਾਂ ਇਹਨਾਂ ਨੇ ਕਿਹਾ ਸੀ ਮੁਲਾਜ਼ਮਾਂ ਨੂੰ ਅਸੀਂ ਆਉਂਦੇ ਸਰ ਡੀਏ ਦੀਆਂ ਜਿਹੜੀਆਂ ਕਿਸ਼ਤਾਂ ਬਕਾਇਆ ਨੇ ਉਹ ਰਿਲੀਜ਼ ਕਰਾਂਗੇ, ਕੀ ਕਰ ਦਿੱਤੀਆਂ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਘਰ ਘਰ ਦੇ ਵਿੱਚ ਅਸੀਂ ਜਿਹੜੇ ਆ ਉਹਦੇ ਨਾਲ ਹਸਪੀਟਲਾਂ ਦੇ ਵਿੱਚ ਜਿਹੜੀ ਆ ਕਿਸੇ ਵੀ ਗੱਲ ਦੀ ਕਮੀ ਨਹੀਂ ਰਹੂਗੀ, ਡਾਕਟਰਾਂ ਦੀ ਭਰਤੀ ਕਰਾਂਗੇ, ਕਰ ਦਿੱਤੀ। ਪਿਛਲੀ ਸਰਕਾਰ ਦੇ ਸਮੇਂ ਜਿਹੜੇ ਮੁਲਾਜ਼ਮਾਂ ਕੁੱਟੇ ਜਾ ਰਹੇ ਸੀ, ਮੋਹਾਲੀ ਧਰਨੇ ਤੇ ਬੈਠੇ ਸੀ ਤੇ ਅੱਜ ਵੀ ਬੈਠੇ ਆ, ਉਦੋਂ ਕੈਪਟਨ ਸਾਹਿਬ ਜਾ ਕੇ ਕਹਿੰਦੇ ਕਿ ਤੁਹਾਨੂੰ ਮੈਂ ਆਉਂਦਿਆਂ ਪਹਿਲੇ ਕੈਬਨਿਟ ਦੀ ਮੀਟਿੰਗ ਪੱਕਾ ਕਰਾਂਗੇ। ਬਾਦਲ ਸਾਹਿਬ ਨੇ ਤੁਹਾਨੂੰ ਪੱਕਾ ਨਹੀਂ ਕੀਤਾ, ਕੀ ਉਹਨਾਂ ਨੇ ਪੱਕਾ ਕਰ ਦਿੱਤਾ ਹੈ। ਅੱਜ ਜਦੋਂ ਥੂ ਹੋਈ ਪਈ ਹੈ ਸਰਕਾਰ ਦੀ ਸਾਰੇ ਪਾਸੇ, ਤੇ ਇਹ ਗੱਲ ਕਹਿਣਾ ਕਿ ਇਹ ਤਾਂ ਸਾਡਾ ਚੱਜ ਆ, ਮੈਂ ਨਹੀਂ ਸਮਝਦਾ ਕਿ ਕਿਸੇ ਪਾਸੋਂ ਕੋਈ ਚੰਗੀ ਗੱਲ ਹੈ। ਤਾਂ ਕੁਲਦੀਪ ਵੈਦ ਜੀ ਕੀ ਕਹਿਣਾ ਚਾਹੋਗੇ? ਵਿਰੋਧੀਆਂ ਦੇ ਵੱਲੋਂ ਤਾਂ ਬੜੀ ਲੰਬੀ ਚੌੜੀ ਲਿਸਟ ਤੁਹਾਡੇ ਸਾਹਮਣੇ ਰੱਖ ਦਿੱਤੀ ਗਈ ਹੈ। ਦੇਖੋ, ਅਕਾਲੀ ਦਲ ਦੇ ਨੁਮਾਇੰਦੇ ਨੇ ਇਹ ਗੱਲ ਕੀਤੀ ਹੈ ਕਿ ਮੈਨੂਫੈਸਟੋ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ। 97 ਵਾਲਾ ਮੈਨੂਫੈਸਟੋ ਵੀ ਚੱਕ ਲਿਓ
ਤੇ 2002 ਵਾਲਾ ਵੀ ਇਹਨਾਂ ਦਾ ਚੱਕ ਲਿਓ ਤੇ 2007 ਵਾਲਾ ਵੀ ਤੇ ਆਪਣਾ 17 ਵਾਲਾ ਵੀ ਬਿਲਕੁਲ ਇਹਦੇ ਤੇ ਇੰਡੀਪੈਂਡੈਂਟ ਮੈਂ ਨਿਊਜ਼ 18 ਦੇ ਆਪਣਾ ਮੈਨੇਜਮੈਂਟ ਨੂੰ ਕਹੂੰਗਾ ਕਿ ਇਹਦੇ ਤੇ 100% ਬਹਿਸ ਕਰਵਾਓ। ਪਤਾ ਲੱਗੂਗਾ ਵੀ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਤੇ ਅਸੀਂ ਕਿੱਥੇ ਖੜੇ ਆ। ਜਿਹੜੀ ਰੋੜੀ ਸਾਹਿਬ ਨੇ ਗੱਲ ਕਹੀ ਹੈ, ਰੋੜੀ ਸਾਹਿਬ ਨੇ ਤਾਂ ਇੱਕ ਲਿਸਟ ਪ੍ਰੋਪਰ ਬਣਾ ਲਈ ਵੀ ਇਹਦੇ ਉੱਤੇ ਬੋਲੀ ਜਾਣਾ ਹੈ। ਬਿਲਕੁਲ ਰੋੜੀ ਸਾਹਿਬ, ਬਿਲਕੁਲ ਜਿਹੜੇ ਵਾਅਦੇ ਸੀਗੇ ਉਹ ਹਾਲੇ 100% ਪੂਰੇ ਨਹੀਂ ਹੋਏ। ਸਾਡੀ ਹਾਈ ਕਮਾਂਡ ਦੀ ਮੀਟਿੰਗ ਹੋਈ ਹੈ ਆਨਰੇਬਲ ਕੈਪਟਨ ਅਮਰਿੰਦਰ ਸਿੰਘ ਨਾਲ। ਜੋ ਬੈਸਟ ਹੋਏਗਾ ਉਹ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਹੁਣ ਵੀ ਕਰਾਂਗੇ। ਤੁਸੀਂ ਜਿਹੜੀ ਗੱਲ ਕਰਦੇ ਹੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ, ਇਹ ਤੁਹਾਨੂੰ ਯਾਦ ਹੋਵੇ ਤਾਂ ਪਵਨ ਟੀਨੂ ਨੇ ਪਿਛਲੀ ਆਪਣੀ ਵਿਧਾਨ ਸਭਾ ਦੇ ਵਿੱਚ, ਪਿਛਲੀ ਸਰਕਾਰ ਦੀ ਵਿਧਾਨ ਸਭਾ ਦੇ ਵਿੱਚ ਮਸਲਾ ਚੱਕਿਆ ਸੀਗਾ ਤੇ ਮਾਸਟਰ ਮੋਹਨ ਲਾਲ ਨੇ ਉਹਦਾ ਜਵਾਬ ਦਿੱਤਾ ਸੀਗਾ। ਉਹ ਵੀ ਸਾਰਿਆਂ ਨੂੰ ਪਤਾ ਹੈ। ਸੈਂਟਰ ਨੇ ਇਹ ਸਕੀਮ ਬੰਦ ਕਰ ਦਿੱਤੀ ਸੀ। ਚਲੋ ਮੈਂ ਧੰਨਵਾਦੀ ਹਾਂ ਕੈਪਟਨ ਅਮਰਿੰਦਰ ਸਿੰਘ ਦਾ ਕਿ ਸਾਡੇ ਦਲਿਤ ਪਰਿਵਾਰਾਂ ਦੇ ਬੱਚਿਆਂ ਵਾਸਤੇ ਇਹਨਾਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹਦਾ ਜਿਹੜਾ ਸੀਗਾ ਸਿਸਟਮ ਉਹ ਵਧੀਆ ਬਣਾ ਦਿੱਤਾ। ਜਿਹੜੇ ਤੁਸੀਂ ਵਾਅਦਿਆਂ ਦੀ ਗੱਲ ਕਰਦੇ ਹੋ, ਇੱਕ ਮਸਲੇ ਦੇ ਉੱਤੇ ਅਸੀਂ ਹਾਲੇ ਕਾਫੀ ਪਿੱਛੇ ਚੱਲਦੇ ਹਾਂ, ਉਹ ਹੈਗੀ ਆ ਘਰ ਘਰ ਨੌਕਰੀ। ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ। ਮੈਂ ਪਹਿਲਾਂ ਵੀ ਟੈਲੀਵਿਜ਼ਨ ਤੇ ਕਿਹਾ 20,000 ਸਫਾਈ ਸੇਵਕ ਸਾਡੇ ਪਰਿਵਾਰਾਂ ਦੇ ਸਫਾਈ ਸੇਵਕ ਆ ਪਿਛਲੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਪੱਕਿਆਂ ਕੀਤਾ। ਇਸੇ ਤਰ੍ਹਾਂ ਹੀ ਜਿਹੜਾ 16ਵਾਂ ਵਿੱਤ ਕਮਿਸ਼ਨ 16ਵਾਂ ਜਿਹੜਾ ਸਾਡਾ ਤਨਖਾਹਾਂ ਵਧਾਉਣ ਵਾਸਤੇ ਕਮਿਸ਼ਨ ਬਣਿਆ, ਉਹ ਸਿਕਸਥ ਪੇ ਕਮਿਸ਼ਨ, ਉਹਦੇ ਵਿੱਚ ਜੋ ਪੰਜਾਬ ਸਰਕਾਰ ਬੈਸਟ ਸਾਡੇ EMPLOYEES ਲਈ ਕਰ ਸਕਦੀ ਸੀ ਉਹ ਕਰ ਦਿੱਤਾ। ਇਹ ਬੜੇ ਮਾਣ ਵਾਲੀ ਗੱਲ ਹੈ। ਇਸ ਕਰਕੇ ਇਹ ਜਿਹੜੇ ਰੋੜੀ ਸਾਹਿਬ ਗੱਲਾਂ ਕਰਦੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਕਰਦੇ ਆ, ਉਹ ਇਹਨਾਂ ਨੂੰ ਵੀ ਪਤਾ ਵੀ ਗਰਾਊਂਡ ਰਿਐਲਿਟੀ ਕੀ ਹੈ, ਕੀ ਕੁਛ ਹੁਣ ਤੱਕ ਹੋਇਆ। ਇਹ ਸਾਰਾ ਕੁਛ ਲੋਕਾਂ ਨੂੰ ਪਤਾ ਹੈ। ਅੱਜ ਦੀ ਇਲੈਕਸ਼ਨ ਦੇ ਵਿੱਚ ਜਿਹੜੇ ਲੋਕ ਨੇ, ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਬੜੇ ਸੁਗੜ ਨੇ, ਸਿਆਣੇ ਨੇ, ਪੜ੍ਹੇ ਲਿਖੇ ਨੇ, ਉਹਨਾਂ ਨੂੰ ਇਹ ਲੋਕ ਕਨਵਿੰਸ ਨਹੀਂ ਕਰਾ ਸਕਣਗੇ। ਸਪੈਸ਼ਲੀ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਕਨਵਿੰਸ ਨਹੀਂ ਕਰਾ ਸਕੂਗਾ। ਆ ਕੁੰਵਰ ਵਿਜੇ ਪ੍ਰਤਾਪ ਵਾਲਾ ਜਿਹੜਾ ਮਸਲਾ ਆ, ਮੈਂ ਇਹਦੇ ਤੇ ਵੀ ਕੱਲ ਵੀ ਨਿਊਜ਼ 18 ਨੂੰ ਬੇਨਤੀ ਕੀਤੀ ਸੀ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਇਹਦੇ ਤੇ ਵੀ ਇੱਕ ਵੱਖਰੀ ਡਿਬੇਟ ਕਰਾਓ। ਇਹ ਕੀ ਹੋਇਆ? ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਪਲੈਨਿੰਗ ਸੀ ਪਿਛਲੀ, ਉਹਨੇ ਸਾਡਾ ਵੀ ਟਰਸਟ ਤੋੜਿਆ, ਕੈਪਟਨ ਅਮਰਿੰਦਰ ਸਿੰਘ ਦਾ ਵੀ ਟਰਸਟ ਤੋੜਿਆ, ਸਭ ਤੋਂ ਵੱਡੀ ਗੱਲ ਪੰਜਾਬੀਆਂ ਦਾ ਟਰਸਟ ਤੋੜਿਆ। ਅੱਜ ਉਹ ਕਹਿੰਦੇ ਆ ਕਿ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਬਾਰ-ਬਾਰ ਨਾਮ ਲੈਂਦੇ ਆ। ਲੈਣਾ ਚਾਹੀਦਾ, ਹਰ ਇੱਕ ਬੰਦੇ ਨੂੰ ਹੱਕ ਹੈ, ਫੇਥ ਹੈ, ਇਸ ਕੋਈ ਵੀ ਸਾਡੇ ਧਰਮ ਦੀ ਗੱਲ ਕਰ ਸਕਦਾ, ਕੋਈ ਦਿੱਕਤ ਨਹੀਂ ਹੈ। ਪਰ ਮੈਂ ਇੱਕ ਮਸਲਾ ਜਿਹੜਾ ਬਹੁਤ ਗੰਭੀਰ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਿਹੜੀ ਇਨਕੁਆਇਰੀ ਸੀਗੀ, ਬਾਅਦ ਦੇ ਜਿਹੜਾ ਘਟਨਾਕ੍ਰਮ ਹੈ, ਉਹ ਕੁੰਵਰ ਵਿਜੇ ਪ੍ਰਤਾਪ ਨੂੰ ਦਿੱਤੀ ਸੀ। ਉਹਦੇ ਤੇ ਬਿਲਕੁਲ ਹੀ ਬੈਠ ਰਹੇ ਹੋ। ਚਲੋ ਕੁਲਦੀਪ ਜੀ, ਕੁੰਵਰ ਵਿਜੇ ਪ੍ਰਤਾਪ ਦਾ ਜ਼ਰੂਰ ਇੱਕ ਮਸਲਾ ਵੱਖਰਾ ਹੈ, ਬਰਗਾੜੀ ਦਾ, ਬੇਅਦਬੀ ਦਾ, ਗੋਲੀकांड ਦਾ ਇੱਕ ਮਸਲਾ ਜ਼ਰੂਰ ਹੈ, ਬੜਾ ਸੰਜੀਦਾ ਮਸਲਾ ਹੈ। ਪਰ ਇਸ ਵੇਲੇ ਜੋ ਵਾਅਦਿਆਂ ਦੀ ਗੱਲ ਹੋ ਰਹੀ ਹੈ ਤਾਂ ਚਰਨਜੀਤ ਬਰਾੜ ਜੀ, ਕੁਲਦੀਪ ਵੈਦ ਸਾਫ਼ ਤੌਰ ਤੇ ਕਹਿ ਰਹੇ ਨੇ, ਕਹਿੰਦੇ ਜਿੰਨੇ ਵਾਅਦੇ ਅਸੀਂ ਪੂਰੇ ਕੀਤੇ ਨੇ ਸਾਨੂੰ ਪੂਰਾ ਮਾਣ ਹੈ, ਬਾਕੀ ਕਹਿੰਦੇ ਜਨਤਾ 2022 ਦੇ ਵਿੱਚ ਤਾਂ ਫਤਵਾ ਦੇ ਦੇਵੇਗੀ, ਜੋ ਅਕਾਲੀ ਦਲ ਦੇ ਹੱਕ 'ਚ ਤਾਂ ਕਹਿੰਦੇ ਬਿਲਕੁਲ ਨਹੀਂ ਹੈ। ਚਰਨਜੀਤ ਬਰਾੜ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਤਾਂ ਸ਼ਾਇਦ ਚਰਨਜੀਤ ਬਰਾੜ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ। ਫਿਲਹਾਲ ਜੈਕਿਸ਼ਨ ਰੋੜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਤਾਂ ਜੈਕਿਸ਼ਨ ਰੋੜੀ ਜੀ ਕਹਿੰਦੇ ਨੇ ਕੁਲਦੀਪ ਵੈਦ ਕਿ ਜਿੰਨੇ ਵਾਅਦੇ ਅਸੀਂ ਪੂਰੇ ਕਰ ਦਿੱਤੇ ਨੇ, ਆਂਕੜਾ ਜੋ ਹੈ ਉਹ 90% ਤੋਂ ਜ਼ਿਆਦਾ ਦਾ ਦੱਸਿਆ ਜਾ ਰਿਹਾ ਹੈ। ਕਹਿੰਦੇ ਕੁਝ ਕੁ ਫੀਸਦ ਰਹਿ ਗਏ ਨੇ, ਉਹ ਵੀ ਅਸੀਂ ਸਮਾਂ ਰਹਿੰਦਿਆਂ ਪੂਰੇ ਕਰ ਦੇਵਾਂਗੇ, ਸਾਡੇ ਕੋਲ ਸਮਾਂ ਹੈ, ਹਜੇ ਵਿਰੋਧੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਰੋੜੀ ਨੂੰ ਤਾਂ ਸਮਾਂ ਉਦੋਂ ਦਿਆ ਕਰੋ ਜਦੋਂ ਫਿਲਹਾਲ ਕਹਿੰਦੇ ਸਾਡੇ ਨਾਲ ਰੋੜੀ ਵੀ ਜੁੜੇ ਹੋਏ ਆ ਜੀ, ਸਾਨੂੰ ਸਮਾਂ ਕਦੀ। ਮਸਲਾ ਕੀ ਹੈ ਕਿ ਬੈਦ ਸਾਹਿਬ ਨੇ ਕਿਹਾ ਕਿ ਅਸੀਂ ਜਿਹੜੇ ਆਹ ਵਾਲੇ ਕੰਮ ਕਰ ਦਿੱਤੇ ਆ ਕਿ ਅਸੀਂ ਘਰ ਘਰ ਨੌਕਰੀ ਦੇ ਵਿੱਚ ਫੇਲ ਹੋਏ ਆ। ਚਲੋ ਮੰਨ ਲੈਂਦੇ ਆ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਨੌਕਰੀ ਨਹੀਂ ਦੇ ਸਕੇ, ਪਰ ਤਾਂ ਕੀ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਇੱਕ ਨੂੰ DSP ਭਰਤੀ ਕਰਨਾ, ਇੱਕ ਨੂੰ ਤਹਿਸੀਲਦਾਰ ਭਰਤੀ ਕਰਨਾ, ਇੱਕ ਹੋਰ ਗਾਂ ਰਿਸ਼ਤੇਦਾਰ ਨੂੰ ਵੀ ਮੈਨੂੰ ਪਤਾ ਲੱਗਾ ਕਿ ਆਬਕਾਰੀ ਵਿਭਾਗ ਦੇ ਵਿੱਚ ਇੰਸਪੈਕਟਰ ਭਰਤੀ ਕੀਤਾ ਜਾ ਰਿਹਾ। ਕੀ ਇਹ ਜ਼ਰੂਰੀ ਸੀ? ਕੀ ਇਹਨਾਂ ਨੇ ਵਿਰੋਧ ਕੀਤਾ ਕਿ ਮੇਰੇ ਹਲਕੇ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਬੈਠੇ ਨੇ ਕਿ ਪਹਿਲਾਂ ਉਹਨਾਂ ਨੂੰ ਨੌਕਰੀ ਦਿਓ? ਇਹਨਾਂ ਦੇ ਆਪਣੇ ਲੁਧਿਆਣੇ ਤੋਂ ਹੀ MLA ਸਾਹਿਬ ਚੁਣ ਕੇ ਆਉਂਦੇ ਨੇ, 5 ਵਾਰ ਜਿਹੜਾ ਬੰਦਾ MLA ਬਣ ਗਿਆ ਤੇ ਉਹਦਾ ਬੱਚਾ ਬੇਰੁਜ਼ਗਾਰ ਬੈਠਾ ਤੇ ਉਹਨੂੰ ਨੌਕਰੀ ਦੇਣੀ ਜ਼ਰੂਰੀ ਹੈ ਕਿ ਜਿਹੜਾ ਮਜ਼ਦੂਰ ਇੱਕ ਆਪਣੇ ਧੀ ਪੁੱਤ ਨੂੰ ਆਪਣੇ ਗਹਿਣੇ ਗਿਰਵੀ ਰੱਖ ਕੇ, ਆਪਣੇ ਪਸ਼ੂ ਵੇਚ ਕੇ, ਆਪਣਾ ਜ਼ਮੀਨ ਵੇਚ ਕੇ ਜਿਹੜਾ ਬੱਚੇ ਨੂੰ ਪੜ੍ਹਾਉਂਦਾ, ਕਿ ਉਹਨੂੰ ਨੌਕਰੀ ਦੇਣੀ ਜ਼ਰੂਰੀ ਸੀ? ਅੱਜ ਤੱਕ ਇਹ ਸਵਾਲ ਜਿਹੜੇ ਜਿਉਂ ਦੇ ਤਿਉਂ ਖੜੇ ਆ। ਕਹਿੰਦੇ ਨੇ ਜੈਕਿਸ਼ਨ ਜੀ, ਉਹ ਕਹਿੰਦੇ ਪਰਿਵਾਰਾਂ ਨੇ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ, ਅਸੀਂ ਉਹਨਾਂ ਦੀਆਂ ਕੁਰਬਾਨੀਆਂ ਕਹਿੰਦੇ ਭੁਲਾ ਨਹੀਂ ਸਕਦੇ।
ਪਰ ਪੰਜਾਬ ਦੇ ਵਿੱਚ ਕਿੰਨੇ ਹੋਰ ਪਰਿਵਾਰਾਂ ਦੀ ਲਿਸਟ ਦਈਏ ਜਿਨ੍ਹਾਂ ਨੂੰ ਕੁਰਬਾਨੀਆਂ ਨਾਲ ਪਰਿਵਾਰ ਭਰੇ ਪਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਦਿੱਤੀ ਆ? ਕੀ ਉਹਨਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਸਰਕਾਰ ਅਜੇ ਹਜ਼ਾਰਾਂ ਰੁਪਏ ਦੇ ਵਿੱਚ ਨਹੀਂ ਭੇਜ ਰਹੀ? ਜੇ ਉਹਨਾਂ ਨੇ ਆਪਣੇ ਬੱਚਾ ਪੜ੍ਹਾਉਣਾ ਹੋਵੇ, ਕੋਈ ਸਰਕਾਰ ਨੇ ਕੰਸੈਸ਼ਨ ਦਿੱਤੀ ਉਹਨਾਂ ਨੂੰ? ਜੇ ਉਹਨਾਂ ਦੇ ਪਰਿਵਾਰ ਨੇ ਆਪਣੇ ਪਰਿਵਾਰ ਦਾ ਕਿਸੇ ਹਸਪਤਾਲ 'ਚ ਇਲਾਜ ਕਰਵਾਉਣਾ ਹੋਵੇ ਤੇ ਉਹਦੀ ਕੀ ਸਰਕਾਰ ਨੇ ਮਦਦ ਕੀਤੀ ਆ? ਅੱਜ ਤਾਂ ਸਾਡੇ ਦੇਸ਼ ਲਈ ਜਿਹੜੇ ਜਵਾਨ ਸ਼ਹੀਦ ਹੋਏ ਆ ਫੌਜ ਦੇ ਵਿੱਚ, ਉਹਨਾਂ ਦੇ ਬੱਚਿਆਂ ਨੇ ਜੇਕਰ ਨੌਕਰੀ ਲੈਣੀ ਹੋਵੇ, ਉਹ ਕਿੰਨਿਆਂ ਦੀ ਲੰਬੀ ਲਿਸਟ ਅਸੀਂ ਦੇ ਦਈਏ ਤੁਹਾਨੂੰ ਕਿ ਜਿਹੜੀ ਸਰਕਾਰ ਕਿਸੇ ਆਨੇ ਬਹਾਨੇ ਉਹਨਾਂ ਨੂੰ ਜਿਹੜੇ ਡਿਊ ਲਿਸਟੇ 'ਚ ਪਾ ਕੇ ਬੈਠੀ ਆ? ਈਵਨ ਇੱਥੋਂ ਤੱਕ ਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਕੈਪਟਨ ਸਾਹਿਬ ਆਪ ਜਾ ਕੇ ਕਹਿ ਕੇ ਆਏ, ਧਰਨੇ ਦੇ ਵਿੱਚ ਜਾ ਕੇ ਕਹਿ ਕੇ ਆਏ ਆ ਕਿ ਤੁਹਾਨੂੰ ਮੈਂ ਪੱਕਿਆ ਕਰਾਂਗੇ, ਬਾਦਲ ਸਾਹਿਬ ਨੇ ਤੁਹਾਡੇ ਲਈ ਕੱਖ ਨਹੀਂ ਕੀਤਾ। ਤੇ ਉਹ ਅੱਜ ਮੋਹਾਲੀ ਇੱਦੀ ਧੁੱਪ ਦੇ ਵਿੱਚ, ਗਰਮੀ ਦੇ ਵਿੱਚ ਛੱਤ ਜਿਹੜੇ 4 ਨੌਜਵਾਨ, ਮੈਂ ਜਾ ਕੇ ਮਿਲ ਕੇ ਆਇਆ ਉਹਨਾਂ ਨੂੰ, ਤੇ ਉੱਥੇ ਨਾ ਕੋਈ ਵਾਸ਼ਰੂਮ ਦਾ ਪ੍ਰਬੰਧ ਹੈ, ਨਾ ਉੱਥੇ ਕੋਈ ਖਾਣ ਪੀਣ ਦਾ ਪ੍ਰਬੰਧ ਹੈ, ਨਾ ਡਾਕਟਰ ਦਾ ਪ੍ਰਬੰਧ ਹੈ। ਜੇਕਰ ਅੱਜ ਬਾਰਿਸ਼ ਦਾ ਹੀ ਮੌਸਮ ਹੋ ਰਿਹਾ ਤੇ ਉਹ ਬੱਚੇ ਜਿਹੜੇ ਸਾਡੇ ਛੱਤਾਂ ਦੇ ਚੜੇ ਆ, ਇੱਕ ਪਟਿਆਲੇ ਬੱਚਾ ਸਾਡਾ ਟੈਂਕੀ ਤੇ ਚੜਿਆ, ਉਹਦਾ ਮਾਸ ਉਤਰਨ ਲੱਗ ਗਿਆ। ਸਰਕਾਰ ਕੀ ਸੋਚ ਰਹੀ ਉਹਦੇ ਬਾਰੇ? ਸਰਕਾਰ ਸਿਰਫ ਆਪਣੇ ਐਮਐਲਏ, ਆਪਣੇ ਵਿਧਾਇਕਾਂ ਦੇ, ਆਪਣੇ ਮੰਤਰੀਆਂ ਬਾਰੇ ਸੋਚ ਰਹੀ ਹੈ ਕਿ ਜਿਹੜੇ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੈਪਟਨ ਸਾਹਿਬ ਕਹਿੰਦੇ ਕਿ ਜਿਹਨੇ ਮੇਰਾ ਬੋਰਡ ਲਾਤਾ ਕੈਪਟਨ ਦੁਆਰਾ, ਉਹ ਤਾਂ ਬਿਲਕੁਲ ਠੀਕ ਹੈ, ਜਿਹਨੇ ਨਹੀਂ ਲਾਇਆ ਤੇ ਉਹ ਕੈਪਟਨ ਸਾਹਿਬ ਤੋਂ ਉਲਟਾ। ਅੱਜ ਕੈਪਟਨ ਸਾਹਿਬ ਆਪਣੀ ਕੁਰਸੀ ਬਚਾਉਣ ਲਈ ਤੇ ਨਾ ਤਤਪਰ ਹੋਏ ਪਏ। ਅੱਜ ਪੰਜਾਬ ਦੇ ਹਾਲਾਤਾਂ ਬਾਰੇ ਉਹਨਾਂ ਨੂੰ ਕੁਝ ਪਤਾ ਹੈ? ਲੋਕਾਂ ਨੂੰ ਆਟਾ ਦਾਲ ਸਕੀਮ ਦੇ ਵਿੱਚ ਉਲਝਾ ਕੇ ਰੱਖਤਾ ਕਿ ਕਿਸੇ ਦੇ ਕਾਰਡ ਕੱਟਦੇ, ਕਿਸੇ ਬਣਾਤੇ, ਇਹ ਤੋਂ ਇਲਾਵਾ ਹੋਰ ਕੋਈ ਸਰਕਾਰ ਨੇ ਕੰਮ ਕੀਤਾ ਤਾਂ ਮੈਨੂੰ ਦੱਸ ਦਿਓ। ਤਾਂ ਕੁਲਦੀਪ ਵੈਦ ਜੀ, ਲੱਗਦਾ ਨਹੀਂ ਹੈ ਕਿ ਇਸ ਗੱਲ ਦਾ ਇੰਨਾ ਵਿਰੋਧ ਹੋਇਆ? ਚਲੋ ਵਿਰੋਧੀ ਤਾਂ ਸਵਾਲ ਚੁੱਕ ਹੀ ਰਹੇ ਨੇ, ਪਰ ਆਪਣੀ ਤੁਹਾਡੀ ਸਰਕਾਰ ਦੇ ਵਿੱਚ ਇੰਨੀਆਂ ਗੱਲਾਂ ਹੋ ਗਈਆਂ ਕਿ ਹੁਣ ਹਾਲਾਤ ਇਹ ਬਣ ਗਏ ਨੇ ਕਿ ਫਤਿਹਜੰਗ ਬਾਜਵਾ ਨੇ ਕਹਿ ਦਿੱਤਾ ਕਿ ਨੌਕਰੀ ਉਹਨਾਂ ਦੇ ਬੇਟੇ ਨਹੀਂ ਲੈਣਗੇ। ਬੀਬਾ, ਮੈਂ ਇੱਥੇ ਆਪਣੇ ਕੁਲੀਗ ਨੂੰ, ਜਿਹੜੇ ਐਮਐਲਏ ਨੇ, ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਮੁੱਦੇ ਜ਼ਰੂਰ ਬਣਾਓ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਤੇ ਜਾਂ ਕਾਂਗਰਸ ਨੇ ਪਹਿਲੀਆਂ ਸਰਕਾਰਾਂ ਨੇ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਜਿੰਨੀਆਂ ਅਪਾਇੰਟਮੈਂਟਸ ਕੀਤੀਆਂ ਨੇ, ਮੈਂ ਚੈਲੰਜ ਕਰਦਾ ਰੋੜੀ ਸਾਹਿਬ ਨੂੰ ਕਿ ਉਹ ਇੱਕ ਵਾਰੀ ਕਢਾ ਲਓ, ਉਹਦੀ ਇਨਫੋਰਮੇਸ਼ਨ ਮੇਰੇ ਤੋਂ ਲੈ ਲਓ। ਇਹ ਦੇਖੋ ਤਰਸ ਦੇ ਆਧਾਰ ਦੇ ਉੱਤੇ ਪਹਿਲਾਂ ਕਿੰਨੀਆਂ ਅਸੀਂ ਲੋਕਾਂ ਨੇ ਜਿਹੜੇ ਟੈਰੋਰਿਸਟ ਵਿਕਟਮ ਸੀ ਉਹਨਾਂ ਦੇ ਪਰਿਵਾਰਾਂ ਨੂੰ ਆਪਣਾ ਨੌਕਰੀਆਂ ਦਿੱਤੀਆਂ ਨੇ। ਮੈਂ ਕਿਸੇ ਦੀ ਗੱਲ ਜਸਟੀਫਾਈ ਨਹੀਂ ਕਰਦਾ, ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਸਰਕਾਰ ਵੇਲੇ ਜਦੋਂ ਸਰਦਾਰ ਬੇਅੰਤ ਸਿੰਘ ਸੀ ਚੀਫ ਮਿਨਿਸਟਰ, ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ, ਫਿਰ ਕੈਪਟਨ ਅਮਰਿੰਦਰ ਸਿੰਘ ਬਣੇ, 10 ਸਾਲ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਰਿਹਾ ਤੇ ਹੁਣ ਕੈਪਟਨ ਸਰਕਾਰ ਹੈ। ਕੰਪੈਸ਼ਨੇਟ ਗਰਾਊਂਡ ਦੇ ਉੱਤੇ ਜਿੱਥੇ ਵੀ ਟੈਰੋਰਿਸਟ ਐਕਟੀਵਿਟੀ ਹੋਈ ਹੈ, ਚਾਹੇ ਕੋਈ ਆਰਮੀ ਦੇ ਸਾਡੇ ਫੌਜੀ ਸਾਡੇ ਭਰਾ ਮਰੇ, ਉਹਨਾਂ ਦੇ ਪਰਿਵਾਰਾਂ ਨੂੰ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਨੌਕਰੀਆਂ ਦਿੱਤੀਆਂ ਗਈਆਂ। ਸੋ ਮੈਂ ਆਪਣੇ ਕੁਲੀਗਸ ਨੂੰ ਇਹ ਕਹਿਣਾ ਚਾਹੁੰਦਾ, ਜੇ ਕਿਸੇ ਐਮਐਲਏ ਦੇ ਪਰਿਵਾਰ ਦੇ ਉੱਤੇ ਅਟੈਕ ਹੋਇਆ, ਮੇਰੀ ਗੱਲ ਰੋੜੀ ਸਾਹਿਬ ਧਿਆਨ ਨਾਲ ਸੁਣੋ, ਮੈਂ 2 ਗੱਲਾਂ ਕਹਿਣ ਲੱਗਿਆ, ਇਹਨਾਂ ਦਾ ਮੁਲਾਂਕਣ ਜ਼ਰੂਰ ਕਰਿਓ, ਪੰਜਾਬ ਦੇ ਲੋਕ ਕਰਨਗੇ ਕਿ ਜੇ ਐਮਐਲਏ ਦੇ ਕਿਸੇ ਪਰਿਵਾਰ ਦੇ ਉੱਤੇ ਕੋਈ ਆਪਣਾ ਅਟੈਕ ਹੋਇਆ, ਟੈਰੋਰਿਸਟ ਐਕਟੀਵਿਟੀ ਹੋਈ, ਕੀ ਉਹ ਇਸ ਕੈਟਾਗਰੀ ਵਿੱਚ ਨਹੀਂ ਆਉਂਦੇ? ਅਮੀਰ ਹੋਣਾ, ਗਰੀਬ ਹੋਣਾ ਵੱਖਰੀ ਗੱਲ ਹੈ, ਉਹ ਵੀ ਇੱਕ ਕ੍ਰਾਈਟੇਰੀਆ। ਮੈਂ ਧੰਨਵਾਦੀ ਹਾਂ ਆਪਣੇ ਬਾਜਵਾ ਸਾਹਿਬ ਦਾ, ਫਤਿਹਜੰਗ ਉਹਨਾਂ ਨੇ ਇਹ ਚੀਜ਼ ਵਿਡਰਾਅ ਕਰ ਲਈ, ਬਹੁਤ ਚੰਗਾ ਕੀਤਾ। ਲੇਕਿਨ ਕੀ ਕਿਸੇ ਪੋਲੀਟੀਕਲ ਬੰਦੇ ਦੇ ਉੱਤੇ ਜਦੋਂ ਕੋਈ ਅੱਤਵਾਦੀ ਅਟੈਕ ਹੁੰਦਾ, ਕੀ ਉਹਦੇ ਪਰਿਵਾਰ ਨੂੰ ਨੌਕਰੀ ਨਹੀਂ ਦੇਣੀ ਚਾਹੀਦੀ? ਤਰਸ ਦੇ ਆਧਾਰ ਤੇ ਜੇ ਬਾਕੀਆਂ ਨੂੰ ਦਿੱਤੀ ਜਾ ਸਕਦੀ ਹੈ, ਇਹ ਇੱਕ ਬੜਾ ਵੱਡਾ ਸਵਾਲ ਹੈ। ਦੇਣੀ ਜਾਂ ਨਹੀਂ ਦੇਣੀ ਵੱਖਰੀ ਗੱਲ ਹੈ। ਹੁਣ ਤੱਕ ਤਕਰੀਬਨ ਮੇਰਾ ਖਿਆਲ ਹੈ ਕਿ ਮੈਨੂੰ ਐਗਜ਼ੈਕਟ ਫਿਗਰ ਨਹੀਂ, 200 ਤੋਂ ਵੱਧ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਪੀਸੀਐਸ ਤੇ ਡੀਐਸਪੀ ਬਣਾਏ ਗਏ ਨੇ। ਉਹ ਐਗਜ਼ਾਮਪਲਾਂ ਨੇ ਆਪਣੇ ਸਾਰੇ ਲੋਕਾਂ ਦੇ ਵਿੱਚ, ਉਹ ਅਫਸਰ ਲੱਗੇ ਹੋਏ ਨੇ। ਇੱਕ ਮਸਲਾ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਪੈਂਡ ਹੈਗਾ। ਹਾਈ ਕੋਰਟ ਨੇ ਜਿੰਨੀਆਂ ਸਾਡੀਆਂ ਪੀਸੀਐਸ ਤੇ ਡੀਐਸਪੀ ਦੀਆਂ ਡਾਇਰੈਕਟ ਪੋਸਟਾਂ ਸੀ, ਉਹਨਾਂ ਦੇ ਖਿਲਾਫ ਜਿਹੜੇ ਕੰਪੈਸ਼ਨੇਟ ਗਰਾਊਂਡ ਤੇ ਬੱਚੇ ਰੱਖੇ ਸੀ, ਉਹਨਾਂ ਨੂੰ। ਪਰ ਚਲੋ ਕੁਲਦੀਪ ਜੀ, ਸਵਾਲ ਇਸ ਲਈ ਖੜੇ ਹੋ ਜਾਂਦੇ ਨੇ ਕਿਉਂਕਿ ਆਮ ਲੋਕ ਵੀ ਵਿਰੋਧ ਕਰਦੇ ਨੇ, ਕਹਿੰਦੇ ਨੇ ਕਿ ਚਲੋ ਤੁਸੀਂ ਗੱਲ ਕਹਿੰਦੇ ਹੋ ਕਿ ਤਰਸ ਦੇ ਆਧਾਰ ਤੇ ਨੌਕਰੀ ਉਹਨਾਂ ਪਰਿਵਾਰਾਂ ਨੂੰ ਦੇਣਾ ਬਣਦਾ ਹੈ ਜਿਨ੍ਹਾਂ ਨੇ ਅੱਤਵਾਦ ਦੇ ਸਮੇਂ ਜਾਂ ਮਾੜੇ ਸਮੇਂ ਦੇ ਵਿੱਚ ਜਿਹੜੇ ਅੱਗੇ ਆਣ ਕੇ ਖੜੇ ਹੋਏ, ਪਰ ਕਹਿੰਦੇ ਜਿਹੜੇ ਪਰਿਵਾਰ ਦੇ ਵਿੱਚ ਆਲਰੇਡੀ ਵਿਧਾਇਕ ਹੋਣ, ਚਾਚੇ ਤਾਏ ਉੱਥੇ ਰਾਜ ਸਭਾ ਮੈਂਬਰ ਹੋਣ, ਮੰਤਰੀ ਹੋਣ, ਉੱਥੇ ਕਹਿੰਦੇ ਨੇ ਇਸ ਚੀਜ਼ ਨੂੰ ਜੇਕਰ ਅਵੋਇਡ ਕੀਤਾ ਜਾ ਸਕਦਾ ਤਾਂ ਉਹਦੇ ਵਿੱਚ ਕੋਈ ਹਰਜ ਨਹੀਂ ਹੈ। ਖੈਰ ਕੁਲਦੀਪ ਜੀ, ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਆਮ ਆਦਮੀ ਪਾਰਟੀ ਵੱਲੋਂ ਜੈਕਿਸ਼ਨ ਰੋੜੀ ਜੁੜੇ, ਤੁਹਾਡਾ ਵੀ ਸ਼ੁਕਰੀਆ। ਚਰਨਜੀਤ ਬਰਾੜ ਅਕਾਲੀ ਦਲ ਵੱਲੋਂ ਜੁੜੇ, ਚਰਨਜੀਤ ਤੁਹਾਡਾ ਵੀ ਸ਼ੁਕਰੀਆ। ਤਾਂ ਫਿਲਹਾਲ ਸਿਆਸਤ ਪੂਰੀ ਪੱਖੀ ਹੋਈ ਹੈ, ਡੈਡਲਾਈਨ ਦਿੱਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਵਾਅਦੇ ਪੂਰੇ ਕਰਨ ਦੀ, ਜਿਸ ਤੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ। ਵਿਰੋਧੀ ਕਹਿ ਰਹੇ ਨੇ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਆਪਣੇ ਵਾਅਦੇ ਪੂਰੇ ਕਰਨ 'ਚ। ਦੂਜੇ ਪਾਸੇ ਕਾਂਗਰਸ ਵੀ ਮੰਨਦੀ ਹੈ ਕਿ ਕੁਝ ਵਾਅਦੇ ਅਜੇ ਅਧੂਰੇ ਤਾਂ ਨਹੀਂ, ਕੁਝ ਵਾਅਦੇ ਪੂਰੇ ਕਰਨੇ ਰਹਿ ਗਏ ਨੇ। ਪਿੱਛੇ ਹਵਾਲਾ ਕਰੋਨਾ ਦਾ ਵੀ ਦਿੱਤਾ ਹੈ ਕਿ 2 ਸਾਲ ਕਰੋਨਾ ਦੇ ਕਰਕੇ ਸਮਾਂ ਜੋ ਹੈ ਉਹ ਬਰਬਾਦ ਹੋ ਗਿਆ। ਉਸ ਸਮੇਂ ਦੇ ਵਿੱਚ ਨਾ ਤਾਂ ਪੈਸਾ ਸੀ ਅਤੇ ਨਾ ਹੀ ਸਮਾਂ ਸੀ ਕੰਮ ਕਰਨ ਦਾ, ਜਿਸ ਲਈ ਕੁਝ ਵਾਅਦੇ ਅਧੂਰੇ ਨੇ।